ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਚਲਾਈ ਜਾ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਐਸਐਮਸੀ ਗੁਰਮਤਿ ਕਲਾਸ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਹਰ ਮੰਗਲਵਾਰ ਅਸੀਂ ਭਗਤ ਕਬੀਰ ਜੀ ਦੀ ਰਚਨਾ ਕੀਤੀ ਹੋਈ ਬਾਣੀ ਵਾਰ 7 ਗੋੜੀ ਰਾਗ ਦੇ ਵਿੱਚ ਜੋ ਦਰਜ ਹੈ ਉਹਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਉਹਦੇ ਵਿੱਚੋਂ 5 ਅੰਕਾਂ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਅੱਜ 6ਵੇਂ ਅੰਕ ਤੋਂ ਵਿਚਾਰ ਆਰੰਭ ਹੋਣੀ ਹੈ। ਇਹ ਵਿਚਾਰ ਸਾਡੇ ਨਾਲ ਸਾਡੇ ਮਿਸ਼ਨਰੀ ਵੀਰ ਯਾਨੀ ਅੰਮ੍ਰਿਤਪਾਲ ਸਿੰਘ ਜੀ ਹਰ ਹਫ਼ਤੇ ਸਾਂਝੀ ਕਰਦੇ ਹਨ। ਮੈਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਸ ਵਾਰ 7 ਜੋ ਲੋਹੜੀ ਰਾਗ ਵਿੱਚ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਹਨ, ਸੁਕ੍ਰਿਤ ਸਹਾਰੇ ਸੋ ਇਹ ਬ੍ਰਤ ਚੜੇ, ਅੰਦਨ ਆਪ ਸੋ ਲੜੇ, ਇਹਦੀ ਵਿਚਾਰ ਆਰੰਭ ਕਰਨ ਗਿਆਨੀ ਅੰਮ੍ਰਿਤਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ, ਇਸ ਸਰਕਲ ਨਾਲ ਜੁੜੇ ਹੋਏ ਸਾਰੇ ਵੀਰ ਭੈਣਾਂ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅਸੀਂ ਗੌੜੀ ਰਾਗ ਵਿੱਚ ਦਰਜ 7 ਵਾਰ ਨਾਮ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਨਾਮ ਤੋਂ ਸਪਸ਼ਟ ਹੈ ਕਿ ਇਹਦੇ ਵਿੱਚ 7 ਵਾਰਾਂ ਦਾ ਜ਼ਿਕਰ ਕੀਤਾ ਗਿਆ ਹੈ: ਐਤ, ਸੋਮ, ਮੰਗਲ, ਬੁੱਧ, ਵੀਰ, ਸ਼ੁਕਰ, ਸ਼ਨੀ। ਔਰ ਇਹਨਾਂ ਵਾਰਾਂ ਦੇ ਨਾਲ ਸੰਬੰਧਿਤ ਅਨੇਕਾਂ ਵਹਿਮ ਭਰਮ ਪ੍ਰਚਲਿਤ ਨੇ। ਹਰ ਇੱਕ ਦਿਨ ਦੇ ਨਾਲ ਕੋਈ ਨਾ ਕੋਈ ਕਰਮਕਾਂਡ ਜੁੜਿਆ ਹੋਇਆ ਹੈ। ਜਦੋਂ ਅਸੀਂ ਕਿਸੇ ਕਰਮਕਾਂਡੀ ਬ੍ਰਾਹਮਣ ਦੇ ਨਾਲ ਰਹਿ ਕੇ ਦੇਖਦੇ ਹਾਂ ਤੇ ਸਾਨੂੰ ਉਦੋਂ ਸਮਝ ਪੈਂਦੀ ਹੈ, ਉਦੋਂ ਅਸੀਂ ਦੇਖ ਕੇ ਹੈਰਾਨ ਹੁੰਦੇ ਹਾਂ ਕਿ ਉਹਦਾ ਇੱਕ ਵੀ ਦਿਨ ਐਸਾ ਖਾਲੀ ਨਹੀਂ ਜਾਂਦਾ ਜਿਸ ਦਿਨ ਉਹਨੇ ਕੋਈ ਵਿਸ਼ੇਸ਼ ਕਰਮਕਾਂਡ ਨਾ ਕੀਤਾ ਹੋਵੇ। ਔਰ ਕੇਵਲ 7 ਵਾਰ ਹੀ ਨਹੀਂ, ਬਲਕਿ 15 ਤਿੱਥਾਂ ਜਿਹੜੀਆਂ ਨੇ, ਏਕਮ ਦੂਜ ਤੋਂ ਲੈ ਕੇ ਅਖੀਰ ਮੱਸਿਆ ਜਾਂ ਪੁੰਨਿਆ ਤੱਕ, ਉਹਦੇ ਵਿੱਚ ਵੀ ਹਰ ਇੱਕ ਥਿਤ ਨੂੰ ਕੋਈ ਨਾ ਕੋਈ ਵਿਸ਼ੇਸ਼ ਉਹਨਾਂ ਦਾ ਕਰਮ ਹੁੰਦਾ ਹੈ। ਇਹਨਾਂ ਰੀਤਾਂ ਤੋਂ ਭਗਤ ਕਬੀਰ ਜੀ ਨੇ ਵਰਜਿਆ, ਗੁਰੂ ਸਾਹਿਬਾਨਾਂ ਨੇ ਵਰਜਿਆ, ਪਰ ਅੱਜ ਬਹੁਤ ਥਾਵਾਂ ਤੇ ਸਿੱਖਾਂ ਦੇ ਵਿੱਚ ਤੇ ਸਿੱਖ ਧਰਮ ਸਥਾਨਾਂ ਤੇ ਇਹ ਸਾਨੂੰ ਰੀਤੀਆਂ ਨਜ਼ਰ ਆਉਂਦੀਆਂ ਨੇ। ਇਹੋ ਜਿਹੇ ਕਰਮਕਾਂਡ ਜਾਂ ਇਹੋ ਜਿਹੀਆਂ ਰਸਮੋ ਰਿਵਾਜ ਜਿਹੜੇ ਨੇ ਅੱਜ ਸਾਨੂੰ ਨਜ਼ਰ ਆ ਰਹੇ ਨੇ, ਜੋ ਕਿ ਗੁਰਮਤ ਤੋਂ ਐਨ ਉਲਟ ਗੱਲਾਂ ਨੇ। 7 ਵਾਰ ਦੀ ਜਿਹੜੀ ਇਹ ਬਾਣੀ ਹੈ, ਵਾਰ 7, ਜਿਹਦੇ ਵਿੱਚ ਭਗਤ ਕਬੀਰ ਜੀ ਇੱਕ ਵਾਰ ਦੀ ਵਿਚਾਰ ਸਾਨੂੰ ਦੇ ਰਹੇ ਨੇ। ਇਹਦੇ ਵਿੱਚ ਅਸੀਂ 20 ਵਾਰ ਤੱਕ ਇਹ ਵਿਚਾਰ ਕਰ ਚੁੱਕੇ ਹਾਂ, ਜਿਹਨੂੰ ਬ੍ਰਹਸਪਤ ਵਾਰ ਵੀ ਕਿਹਾ ਜਾਂਦਾ ਹੈ। ਇਸ ਤੋਂ ਅੱਗੇ ਸ਼ੁੱਕਰਵਾਰ ਦੀ ਅੱਜ ਅਸੀਂ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੇਰਾ ਪਾਠ ਕਰ ਲਵਾਂ। ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ, ਅਨ ਦਿਨ ਆਪ ਸਿਉ ਲੜੈ, ਸੁਰਖੀ ਪਾਜੋ ਰਾਖੈ ਸਬੈ, ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਹੁਣ ਇਸ 6ਵੇਂ ਪਦੇ ਦੇ ਵਿੱਚ ਸ਼ੁੱਕਰਵਾਰ ਦਾ ਜ਼ਿਕਰ ਨਹੀਂ ਆਇਆ, ਪਰ ਇਹ ਗੱਲ ਅੰਡਰਸਟੂਡ ਹੈ। ਕਿਵੇਂ? ਜਦੋਂ ਅਸੀਂ ਸਾਰੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਹਰ ਇੱਕ ਵਾਰ ਦੇ ਪਹਿਲੇ ਅੱਖਰ ਨਾਲ ਰਿਲੇਟਡ ਸ਼ਬਦ ਦਿੱਤਾ ਹੋਇਆ ਹੈ। ਜਿਵੇਂ ਆਦਿਤ, ਮੈਨੇ ਐਤਵਾਰ ਜਿਹੜਾ ਆਦਿਤ ਤੋਂ ਆਰੰਭ ਜਿਹੜਾ ਐੜਾ ਦਿੱਤਾ ਗਿਆ। ਸੋਮ ਆਇਆ ਵਾਰ ਤੇ ਉਹਦੇ ਨਾਲ ਸੱਸ ਲਫ਼ਜ਼ ਮਿਲਦਾ ਜੁਲਦਾ ਪਹਿਲਾ ਅੱਖਰ ਵਰਤ ਲਿਆ। ਮੰਗਲਵਾਰ ਨਾਲ ਮਾਹੀਤ ਕਹਿ ਦਿੱਤਾ। ਬੁੱਧਵਾਰ ਨਾਲ ਬੁੱਧ ਦੇ ਨਾਲ ਬੁੱਧ ਸ਼ਬਦ ਵਰਤ ਦਿੱਤਾ। ਬ੍ਰਹਸਪਤ ਨਾਲ ਵਿਖਿਆ ਵਰਤ ਦਿੱਤਾ। ਠਾਵਰ ਦੇ ਨਾਲ ਥਿਰ ਵਰਤ ਦਿੱਤਾ। ਏਦਾਂ ਹੀ ਹੁਣ ਸ਼ੁੱਕਰ ਦੇ ਨਾਲ ਸੰਬੰਧਿਤ ਸੁਕ੍ਰਿਤ ਸ਼ਬਦ ਵਰਤ ਲਿਆ। ਭਾਵੇਂ ਅੰਡਰਸਟੂਡ ਹੈਗਾ, ਸ਼ੁੱਕਰਵਾਰ ਲਫ਼ਜ਼ ਨਹੀਂ ਵਰਤਿਆ, ਪਰ ਉਹਦੇ ਨਾਲ ਜਿਹੜਾ ਪਹਿਲੇ ਅੱਖਰ ਵਾਲਾ ਸ਼ਬਦ ਹੈ ਉਹ ਸੁਕ੍ਰਿਤ ਦੇ ਦਿੱਤਾ, ਜਿਹੜਾ ਸ਼ੁੱਕਰਵਾਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈਗਾ। ਇੱਥੇ ਸ਼ੁੱਕਰ ਦੀ ਹੁਣ ਇੱਥੇ
ਗੱਲ ਸ਼ੁਰੂ ਹੋ ਚੁੱਕੀ ਹੈ ਤੇ ਸ਼ੁਕਰ ਦੇ ਨਾਲ ਸੰਬੰਧਿਤ ਬਹੁਤ ਸਾਰੇ ਵਹਿਮ ਭਰਮ ਪ੍ਰਚਲਿਤ ਨੇ। ਸ਼ੁੱਕਰਵਾਰ ਜਿਹੜਾ ਸ਼ੁੱਕਰ ਹੈ ਉਹ ਸ਼ੁੱਕਰ ਦੇ ਨਾਲ ਸੰਬੰਧਿਤ ਮੰਨਿਆ ਗਿਆ। ਸ਼ੁੱਕਰ ਜਿਹੜਾ ਗ੍ਰਹਿ ਹੈ ਉਹ ਸ਼ੁੱਕਰਵਾਰ ਨਾਲ ਸੰਬੰਧਿਤ ਮੰਨਿਆ ਗਿਆ। ਇਸ ਦਿਨ ਬਹੁਤ ਸਾਰੇ ਵਹਿਮ ਭਰਮ ਪ੍ਰਚਲਿਤ ਨੇ। ਸ਼ੁੱਕਰ ਨੂੰ ਧਨ ਦਾ ਗ੍ਰਹਿ ਮੰਨਿਆ ਗਿਆ ਤੇ ਐਸ਼ਵਰਜ ਦਾ ਗ੍ਰਹਿ ਮੰਨਿਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਜਿਹਦੀ ਕੁੰਡਲੀ ਵਿੱਚ ਸ਼ੁੱਕਰ ਮਜ਼ਬੂਤ ਹੈ ਉਹਨੂੰ ਸਰੀਰਕ ਕਸ਼ਟ ਨਹੀਂ ਆਉਂਦੇ ਤੇ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਨਹੀਂ ਹੁੰਦਾ। ਤੇ ਜਿਹਦਾ ਗ੍ਰਹਿ ਦੇ ਵਿੱਚ ਸ਼ੁੱਕਰ ਕਮਜ਼ੋਰ ਹੈ, ਜਿਹਦੀ ਕੁੰਡਲੀ ਦੇ ਵਿੱਚ ਸ਼ੁੱਕਰ ਕਮਜ਼ੋਰ ਹੈ, ਉਹਦੀ ਜ਼ਿੰਦਗੀ 'ਚ ਸਰੀਰਕ ਰੋਗ ਵੀ ਆਉਂਦੇ ਨੇ ਤੇ ਆਰਥਿਕ ਸਮੱਸਿਆਵਾਂ ਵੀ ਇਹਨੂੰ ਘੇਰੀ ਰੱਖਦੀਆਂ ਨੇ। ਹੁਣ ਜੇ ਸ਼ੁੱਕਰ ਕੁੰਡਲੀ ਵਿੱਚ ਕਮਜ਼ੋਰ ਹੈ ਤੇ ਉਹਨੂੰ ਮਜ਼ਬੂਤ ਕਰਨ ਦੇ ਲਈ ਉਹਨੂੰ ਕੁਝ ਚੀਜ਼ਾਂ ਖਵਾਉਣੀਆਂ ਪੈਂਦੀਆਂ ਨੇ ਵੀ ਤਕੜਾ ਹੋ ਜਾਏ। ਉਹਨੂੰ ਕੀ ਖਵਾਉਣਾ ਪੈਂਦਾ? ਉਹਨੂੰ ਚਿੱਟੇ ਰੰਗ ਦੀਆਂ ਚੀਜ਼ਾਂ ਖਵਾਉਣੀਆਂ ਪੈਂਦੀਆਂ ਨੇ ਤੇ ਚਿੱਟੇ ਰੰਗ ਦੀਆਂ ਚੀਜ਼ਾਂ ਹੋਰ ਵੀ ਦਾਨ ਕਰਨੀਆਂ ਪੈਂਦੀਆਂ ਨੇ। ਮੰਨ ਲਓ ਚਿੱਟੇ ਰੰਗ ਦੇ ਚੌਲ ਜਾਂ ਚਾਂਦੀ ਜਾਂ ਦਹੀਂ, ਸ਼ੱਕਰ, ਘਿਓ, ਚਿੱਟੇ ਰੰਗ ਦੇ ਫੁੱਲ, ਚਿੱਟੇ ਰੰਗ ਦੇ ਕੱਪੜੇ, ਚਿੱਟੀਆਂ ਚੀਜ਼ਾਂ ਜਿਹੜੀਆਂ ਉਹਨੂੰ ਦਾਨ ਕਰਨੀਆਂ ਪੈਂਦੀਆਂ ਨੇ। ਤੇ ਚਿੱਟੀਆਂ ਚੀਜ਼ਾਂ ਖਾ ਕੇ, ਚਿੱਟੇ ਕੱਪੜੇ ਪਹਿਨ ਕੇ, ਚਿੱਟੇ ਫੁੱਲਾਂ ਨਾਲ ਜੁੜ ਕੇ ਉਹ ਫਿਰ ਮਜ਼ਬੂਤ ਹੋ ਜਾਂਦਾ, ਤਕੜਾ ਹੋ ਜਾਂਦਾ ਹੈ। ਔਰ ਇਹਦੇ ਨਾਲ ਸੰਬੰਧਿਤ ਸ਼ੁੱਕਰਵਾਰ ਨੂੰ ਵਰਤ ਵੀ ਸ਼ੁੱਕਰ ਦੇ ਨਾਂ ਤੇ ਰੱਖਣਾ ਚਾਹੀਦਾ ਹੈ। ਇਹ ਸਾਰਾ ਕੁਝ ਕਰਨ ਦੇ ਨਾਲ ਜਿਹੜਾ ਮਨੁੱਖ ਸ਼ੁੱਕਰਵਾਰ ਨੂੰ ਚਿੱਟੀਆਂ ਚੀਜ਼ਾਂ ਜਿਵੇਂ ਚੰਦਨ, ਚੌਲ, ਕੱਪੜੇ, ਫੁੱਲ ਆਦਿਕ ਦਾਨ ਕਰਦਾ ਹੈ, ਇਹਦੇ ਤੋਂ ਇਲਾਵਾ ਵਰਤ ਰੱਖਦਾ ਹੈ, ਉਹਦੀ ਕੁੰਡਲੀ ਵਿਚਲਾ ਸ਼ੁੱਕਰ ਜਿਹੜਾ ਬੜਾ ਮਜ਼ਬੂਤ ਹੋ ਜਾਂਦਾ ਹੈ। ਉਹਦੀ ਜ਼ਿੰਦਗੀ 'ਚ ਸੁੱਖ ਆ ਜਾਂਦਾ ਹੈ, ਸਰੀਰਕ ਤਾਕਤ ਆ ਜਾਂਦੀ ਹੈ, ਮਾਨਸਿਕ ਤੌਰ ਤੇ ਤਕੜਾ ਹੋ ਜਾਂਦਾ ਹੈ, ਧਨ ਤੇ ਐਸ਼ਵਰਜ ਉਹਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ। ਇਹੋ ਜਿਹੇ ਵਹਿਮ ਭਰਮ ਜਿਹੜੇ ਨੇ ਉਹ ਫੈਲਾਏ ਗਏ ਨੇ ਸ਼ੁੱਕਰ ਦੇ ਨਾਲ ਸੰਬੰਧਿਤ। ਨਾਲ ਨਾਲ ਇੱਕ ਡਰ ਵੀ ਪਾਇਆ ਗਿਆ। ਜਿਹੜਾ ਕੋਈ ਕਹੇ ਕਿ ਮੈਂ ਸ਼ੁੱਕਰ ਗ੍ਰਹਿ ਨੂੰ ਨਹੀਂ ਮੰਨਦਾ, ਮੈਂ ਉਹਦੀ ਪੂਜਾ ਨੂੰ ਨਹੀਂ ਮੰਨਦਾ, ਮੈਂ ਉਹਦਾ ਵਰਤ ਨਹੀਂ ਰੱਖਾਂਗਾ, ਮੈਂ ਉਹਨੂੰ ਦਾਨ ਨਹੀਂ ਕਰਾਂਗਾ, ਫਿਰ ਉਹਦੇ ਨਾਲ ਡਰ ਪਾਇਆ ਗਿਆ ਕਿ ਜੇ ਤੂੰ ਇਹ ਕਰਮ ਨਹੀਂ ਕਰੇਗਾ ਤੇਰੇ ਜੀਵਨ ਵਿੱਚ ਦੁੱਖ ਆ ਜਾਏਗਾ, ਅਸ਼ਾਂਤੀ ਆ ਜਾਏਗੀ। ਹੁਣ ਹਰ ਜ਼ਿੰਦਗੀ, ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਸੁੱਖ ਹੈ ਦੁੱਖ ਨਾਲ ਹੈ, ਤੇ ਜਿੱਥੇ ਦੁੱਖ ਹੈ ਉੱਥੇ ਫਿਰ ਇੱਕ ਡਰ ਦਿੱਤਾ ਜਾਂਦਾ ਹੈ ਕਿ ਇਹ ਦੁੱਖ ਤਾਂ ਹੈ ਕਿਉਂਕਿ ਤੂੰ ਸ਼ੁੱਕਰ ਗ੍ਰਹਿ ਦੀ ਪੂਜਾ ਨਹੀਂ ਕੀਤੀ, ਸ਼ੁੱਕਰ ਗ੍ਰਹਿ ਦਾ ਤੂੰ ਦਾਨ ਨਹੀਂ ਕੀਤਾ। ਦੇਖ ਤੇਰੇ ਸਾਹਮਣੇ ਰਿਜ਼ਲਟ ਤੇਰੇ ਸਾਹਮਣੇ ਹੈ, ਤੂੰ ਦੁਖੀ ਹੈ। ਹੁਣ ਐਸਾ ਦੁਨੀਆ ਤੇ ਇੱਕ ਵੀ ਇਨਸਾਨ ਲੱਭਣਾ ਔਖਾ ਹੈ ਜਿਹੜਾ ਸੁਖੀ ਦੇ ਨਾਲ ਨਾਲ ਦੁਖੀ ਨਾ ਹੋਵੇ, ਜਿਹਦੀ ਜ਼ਿੰਦਗੀ 'ਚ ਪਰੇਸ਼ਾਨੀਆਂ, ਮੁਸ਼ਕਲਾਂ ਨਾ ਆਉਣ। ਇਸ ਕਰਕੇ ਹਰ ਇੱਕ ਦੇ ਉੱਪਰ ਇਹ ਗੱਲ ਥੋਪ ਦਿੱਤੀ ਜਾਂਦੀ ਹੈ ਕਿ ਦੁਖੀ ਤਾਂ ਹੈ ਕਿਉਂਕਿ ਤੂੰ ਸ਼ੁੱਕਰ ਦੀ ਪੂਜਾ ਨਹੀਂ ਕੀਤੀ, ਦਾਨ ਨਹੀਂ ਕੀਤਾ, ਤੇਰੇ ਸਾਹਮਣੇ ਨਤੀਜਾ ਸਾਹਮਣੇ ਹੈ। ਔਰ ਇਹ ਜਿਹੜੇ ਡਰ ਨੇ, ਇਹ ਜਿਹੜੇ ਵਹਿਮ ਨੇ, ਇਹ ਕੁਝ ਜੋਤਸ਼ੀਆਂ ਵੱਲੋਂ ਤੇ ਕੁਝ ਪੁਜਾਰੀ ਵਰਗ ਦੇ ਲੋਕਾਂ ਵੱਲੋਂ ਫੈਲਾਏ ਜਾਂਦੇ ਨੇ ਤੇ ਜਿਹੜੀ ਜਨਤਾ ਹੈਗੀ ਹੈ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। ਜਨਤਾ ਜਿਹੜੀ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਫਿਰ ਇਹ ਚੀਜ਼ਾਂ ਸਾਰੀਆਂ ਦਾਨ ਕਰਦੀ ਹੈ। ਹੁਣ ਇਸ ਸ਼ੁੱਕਰ ਗ੍ਰਹਿ ਨੂੰ ਇੱਕ ਵਾਰੀ ਅਸੀਂ ਸਾਇੰਸ ਦੇ ਝਰੋਖੇ ਵਿੱਚੋਂ ਵੀ ਦੇਖ ਲਈਏ। ਸ਼ੁੱਕਰ ਜਿਹੜਾ ਹੈ ਰੋਮਨ ਦੇ ਵਿੱਚ ਵੀਨਸ ਨਾਮ ਦੀ ਇੱਕ ਦੇਵੀ ਹੈ, ਉਹ ਪਿਆਰ ਦੀ ਤੇ ਸੁੰਦਰਤਾ ਦੀ ਦੇਵੀ ਹੈ। ਉਹਦੇ ਨਾਂ ਤੇ ਵੀਨਸ ਇਸ ਗ੍ਰਹਿ ਦਾ ਨਾਂ ਰੱਖਿਆ ਗਿਆ। ਭਾਰਤੀ ਸੰਸਕ੍ਰਿਤੀ ਦੇ ਵਿੱਚ ਇਹਦਾ ਨਾਮ ਸ਼ੁੱਕਰ ਦੇਵਤੇ ਦੇ ਨਾਂ ਤੇ ਰੱਖ ਦਿੱਤਾ ਗਿਆ ਕਿ ਸ਼ੁੱਕਰ ਦੇਵਤਾ ਹੈ। ਇੱਕ ਨੇ ਇਸ ਗ੍ਰਹਿ ਨੂੰ ਸ਼ੁੱਕਰ ਦੇਵਤੇ ਦਾ ਨਾਮ ਦੇ ਦਿੱਤਾ, ਦੂਜੇ ਨੇ ਇਸ ਗ੍ਰਹਿ ਨੂੰ ਵੀਨਸ ਦੇਵੀ ਦਾ ਨਾਮ ਦੇ ਦਿੱਤਾ। ਹੁਣ ਉਸ ਜਗ੍ਹਾ ਦੇ ਉੱਪਰ ਕਿਹਦਾ ਕਬਜ਼ਾ ਹੈ ਇਹ ਪਤਾ ਨਹੀਂ ਹੈ ਕਿ ਸ਼ੁੱਕਰ ਦੇਵਤੇ ਦਾ ਕਬਜ਼ਾ ਹੈ ਜਾਂ ਉਹ ਵੀਨਸ ਦੇਵੀ ਦਾ ਕਬਜ਼ਾ ਹੈ। ਪਹਿਲਾਂ ਤਾਂ ਇਹਨਾਂ ਇਸ ਗੱਲ ਦਾ ਫੈਸਲਾ ਹੋ ਜਾਣਾ ਚਾਹੀਦਾ ਹੈ ਕਿ ਵੀਨਸ ਦੇਵੀ ਦਾ ਉਹ ਗ੍ਰਹਿ ਹੈ ਜਾਂ ਸ਼ੁੱਕਰ ਦੇਵਤੇ ਦਾ, ਕਿਉਂਕਿ ਹਰ ਇੱਕ ਸਭਿਅਤਾ ਨੇ ਇਹਨਾਂ ਗ੍ਰਹਿਾਂ ਨੂੰ ਆਪੋ ਆਪਣੇ ਦੇਵੀ ਦੇਵਤਿਆਂ ਦੇ ਨਾਮ ਦੇ ਦਿੱਤੇ ਸਨ ਤੇ ਨਾਮ ਦੇ ਕੇ ਕਹਿ ਦਿੱਤਾ ਸੀ ਇਹ ਉਹੀ ਨੇ। ਹੁਣ ਸਾਇੰਸ ਦੇ ਝਰੋਖੇ ਚੋਂ ਥੋੜੀ ਜਿਹੀ ਆਪਾਂ ਇਹਦੀ ਡਿਟੇਲ ਦੇਖ ਲੈਂਦੇ ਹਾਂ ਕਿ ਇਸ ਸ਼ੁੱਕਰ ਗ੍ਰਹਿ ਦੀ ਉਮਰ 4.5 ਅਰਬ ਸਾਲ ਹੈ ਔਰ ਇਹ ਸੂਰਜ ਦੇ ਨੇੜੇ ਦਾ ਦੂਜਾ ਗ੍ਰਹਿ ਹੈ। ਇਹ ਆਪਣੇ ਧੁਰੇ ਦੇ ਦੁਆਲੇ ਧਰਤੀ ਦੇ 12 ਦਿਨਾਂ ਵਿੱਚ ਚੱਕਰ ਪੂਰਾ ਕਰਦਾ ਹੈ। ਭਾਵ ਧਰਤੀ ਦੇ 6 ਦਿਨ ਰਾਤ ਇਹਦੀ ਇੱਕ ਰਾਤ ਹੁੰਦੀ ਹੈ, 6 ਦਿਨ ਰਾਤ ਇਹਦਾ ਇੱਕ ਦਿਨ ਹੁੰਦਾ ਹੈ। ਭਾਵ ਇਹਦਾ ਦਿਨ ਰਾਤ ਜਿਹੜਾ ਹੈ ਧਰਤੀ ਦੇ 12 ਦਿਨਾਂ ਦੇ ਬਰਾਬਰ ਹੈ ਤੇ ਇਹਦਾ ਆਕਾਰ ਜਿਹੜਾ ਹੈ ਉਹ ਧਰਤੀ ਦੇ ਆਕਾਰ 'ਚ ਨਹੀਂ ਹੈ। ਔਰ ਇਹਦਾ ਜਿਹੜਾ ਸਾਲ ਹੈ ਸ਼ੁੱਕਰ ਦਾ ਉਹ ਸਿਰਫ 225 ਦਿਨਾਂ ਦਾ ਹੈ ਕਿਉਂਕਿ
सूरज के नेड़े है दूजा ग्रह ये, और यदी दूरी सूरज तो है 10 करोड़ 72 लाख किलोमीटर यदी दूरी है। ਇਹਦੇ ਨਾਲ ही ਇਹ शुक्र ग्रह ਜਿਹੜਾ ਹੈਗਾ ਸਾਡੀ ਧਰਤੀ ਤੋਂ 4 ਕਰੋੜ ਤੇ 28 ਲੱਖ ਕਿਲੋਮੀਟਰ ਦੇ ਕਰੀਬ ਦੂਰ ਹੈਗਾ। शुक्र ग्रह ਤੇ ਵਾਤਾਵਰਣ ਦੀ ਕੋਈ ਵਾਤਾਵਰਣ ਐਸਾ ਵੀ ਜੀਵਨ ਦੀ ਕੋਈ ਸੰਭਾਵਨਾ ਹੀ ਨਹੀਂ ਹੈ। ਇਹਦੇ ਤੋਂ ਇਲਾਵਾ शुक्र ग्रह ਦੀ ਇੱਕ ਹੋਰ ਖੂਬੀ ਹੈ। ਉਹ ਖੂਬੀ ਕੀ ਹੈ? ਬਾਕੀ ਗ੍ਰਹਿ ਜਿਹੜੇ ਨੇ ਉਹ ਸੂਰਜ ਦੇ ਦੁਆਲੇ ਐਂਟੀ ਕਲੌਕਵਾਈਜ਼ ਘੁੰਮਦੇ ਨੇ, ਪਰ ਇਹ ਬਿਲਕੁਲ ਪੁੱਠਾ ਗ੍ਰਹਿ ਹੈ, ਉਲਟਾ ਹੀ ਹੈ ਇਹ ਬਾਕੀ ਗ੍ਰਹਿਾਂ ਤੋਂ ਉਲਟ ਕਲੌਕਵਾਈਜ਼ ਸੂਰਜ ਦੇ ਦੁਆਲੇ ਘੁੰਮਦਾ ਹੈ। 1970 ਦੇ ਵਿੱਚ ਸੋਵੀਅਤ ਸੰਘ ਨੇ ਆਪਣਾ ਪਹਿਲਾ ਸਪੇਸ ਕ੍ਰਾਫਟ ਸ਼ੁੱਕਰ ਗ੍ਰਹਿ ਤੇ ਭੇਜਿਆ ਸੀ। ਸ਼ੁੱਕਰ ਗ੍ਰਹਿ ਦੇ ਉੱਪਰ 1600 ਦੇ ਕਰੀਬ ਜਵਾਲਾਮੁਖੀ ਨੇ ਤੇ ਇਹਦਾ ਟੈਂਪਰੇਚਰ, ਕਿਉਂਕਿ ਸੂਰਜ ਦੇ ਬਹੁਤ ਨੇੜੇ ਹੈ, ਇਹਦਾ ਟੈਂਪਰੇਚਰ ਜਿਹੜਾ ਹੈ 462 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। 462 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। 100 ਡਿਗਰੀ ਤੇ ਅੱਗ ਲੱਗ ਜਾਂਦੀ। ਸੋਚੋ ਕਿਉਂ ਇੰਨਾ ਗਰਮ ਹੈ? ਕਿਉਂਕਿ ਇਹਦੇ ਐਟਮੋਸਫੀਅਰ ਦੇ ਅੰਦਰ, ਇਹਦੇ ਵਾਤਾਵਰਣ ਦੇ ਵਿੱਚ 96.5% ਕਾਰਬਨ ਡਾਈਆਕਸਾਈਡ ਹੈ। ਇਹਦੇ ਉੱਪਰ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਉਹਦੀ ਰਫ਼ਤਾਰ ਕਿੰਨੀ ਹੈ? ਸਾਡੀ 60, 70, 80 ਕਿਲੋਮੀਟਰ ਪਰ ਆਵਰ ਦੀ ਸਪੀਡ ਨੂੰ ਅਸੀਂ ਕਹਿੰਦੇ ਹਾਂ ਬੜੀ ਤੇਜ਼ ਹੈ। 100, 150 ਕਿਲੋਮੀਟਰ ਬੜੀ ਤੇਜ਼ ਰਫ਼ਤਾਰ ਮੰਨਦੇ ਹਾਂ, ਪਰ ਇਹਦੇ ਗ੍ਰਹਿ ਉੱਪਰ ਹਵਾ ਦੀ ਸਪੀਡ ਜਿਹੜੀ ਹੈ ਉਹ 724 ਕਿਲੋਮੀਟਰ ਪ੍ਰਤੀ ਘੰਟਾ ਹੈ। ਸ਼ੁੱਕਰ ਗ੍ਰਹਿ ਤੇ ਜਿਹੜਾ ਹਵਾ ਦਾ ਦਬਾਅ ਹੈਗਾ ਉਹ ਸਾਡੀ ਧਰਤੀ ਨਾਲੋਂ 90 ਗੁਣਾ ਜ਼ਿਆਦਾ ਹੈ। ਔਰ ਇਹ ਜਿਹੜੀ ਸਾਰੀ ਜਾਣਕਾਰੀ ਹੈ ਇਹ ਐਜੂਕੇਸ਼ਨਲ ਪਰਪਸ ਵਾਸਤੇ ਨਹੀਂ ਹੈਗੀ, ਇਹ ਆਮ ਜਾਣਕਾਰੀ ਹੈ। ਹੁਣ ਸ਼ੁੱਕਰ ਇਹ ਸਾਡੀ ਜ਼ਿੰਦਗੀ ਵਿੱਚ ਸੁੱਖ ਦਿੰਦਾ ਹੈ ਕਿ ਦੁੱਖ ਦਿੰਦਾ ਹੈ? ਆਮ ਤੌਰ ਤੇ ਜੋਤਸ਼ੀਆਂ ਵੱਲੋਂ, ਪੁਜਾਰੀ ਵਰਗ ਵੱਲੋਂ ਇਹ ਮੰਨਿਆ ਜਾਂਦਾ ਹੈ ਕਿ ਸ਼ੁੱਕਰ ਸਾਨੂੰ ਸੁੱਖ ਦਿੰਦਾ ਹੈ, ਦੁੱਖ ਦਿੰਦਾ ਹੈ। ਪਰ ਭਗਤ ਕਬੀਰ ਜੀ ਆਪਣੀ ਬਾਣੀ 'ਚ ਬੜਾ ਸਪਸ਼ਟ ਕਹਿ ਰਹੇ ਨੇ ਕਿ ਸ਼ੁੱਕਰ ਦੇ ਦਿਨ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ, ਸਾਡੀ ਜ਼ਿੰਦਗੀ 'ਚ ਸੁੱਖ, ਸ਼ਾਂਤੀ, ਆਨੰਦ ਬਣਿਆ ਰਹੇ। ਕਿਸੇ ਦੇ ਗ੍ਰਹਿ ਦਾ, ਕਿਸੇ ਵੀ ਗ੍ਰਹਿ ਦਾ ਸ਼ੁਭ ਹੋਣਾ ਜਾਂ ਅਸ਼ੁਭ ਹੋਣਾ ਸਾਡੇ ਸੁੱਖ ਦੁੱਖ ਨਾਲ ਸੰਬੰਧਿਤ ਨਹੀਂ ਹੈ ਕਿ ਫਲਾਣਾ ਗ੍ਰਹਿ ਸ਼ੁਭ ਹੈ ਸਾਨੂੰ ਸੁੱਖ ਦੇਗਾ, ਫਲਾਣਾ ਮਾੜਾ ਹੈ ਸਾਨੂੰ ਦੁੱਖ ਦੇਗਾ, ਬਲਕਿ ਸਾਡੇ ਸੁੱਖ ਦੁੱਖ ਦਾ ਸੰਬੰਧ ਸਾਡੇ ਕੀਤੇ ਕਰਮਾਂ ਦੇ ਨਾਲ ਹੈ। ਜਿਹੋ ਜਿਹੀ ਸਾਡੀ ਬੋਲਬਾਣੀ ਹੋਏਗੀ, ਜਿਹੋ ਜਿਹਾ ਸਾਡਾ ਕਿਸੇ ਨਾਲ ਵਿਹਾਰ ਹੋਏਗਾ, ਜਿਹੋ ਜਿਹੀ ਸਾਡੀ ਮਾਨਸਿਕ ਸੋਚ ਹੋਏਗੀ, ਉਦਾਂ ਦਾ ਹੀ ਸੁੱਖ ਜਾਂ ਦੁੱਖ ਹੋਏਗਾ। ਜੇ ਸਾਡੀ ਬੋਲਬਾਣੀ ਮਾੜੀ ਹੈ, ਸਾਡੀ ਸੋਚ ਨੀਵੀਂ ਹੈ, ਸਾਡਾ ਕਿਸੇ ਨਾਲ ਵਿਹਾਰ ਬਹੁਤ ਘਟੀਆ ਹੈ, ਸਾਡੀ ਜ਼ਿੰਦਗੀ 'ਚ ਦੁੱਖ, ਅਸ਼ਾਂਤੀ ਆਦਿਕ ਆ ਜਾਣਗੇ। ਪਰ ਜੇ ਸਾਡੀ ਸੋਚ ਉੱਚੀ ਹੈ, ਸਾਡੀ ਬੋਲਬਾਣੀ ਬੜੀ ਮਿੱਠੀ ਨਿਮਰਤਾ ਵਾਲੀ ਹੈ, ਸਾਡਾ ਵਿਹਾਰ ਦੂਜੇ ਨਾਲ ਰੱਬ ਵਰਗਾ ਹੈ, ਸਾਡੀ ਜ਼ਿੰਦਗੀ 'ਚ ਸੁੱਖ, ਸ਼ਾਂਤੀ ਤੇ ਆਨੰਦ ਬਣਿਆ ਰਹੇਗਾ, ਖੇਡਾਂ ਖੁਸ਼ੀ ਬਣੇ ਰਹਿਣਗੇ। ਹੁਣ ਇਹ ਜ਼ਿੰਦਗੀ 'ਚ ਇਹ ਗੁਣ ਕਿਵੇਂ ਆਉਣ? ਭਗਤ ਕਬੀਰ ਜੀ ਨੇ ਜਿਹੜੀ 7 ਵਾਰਾਂ ਦੀ ਬਾਣੀ ਰਚੀ ਹੈ, ਇੱਕ ਇੱਕ ਵਾਰ ਦੇ ਨਾਲ ਸੰਬੰਧਿਤ ਸਾਨੂੰ ਗੁਣ ਦਰਸਾਏ ਨੇ ਕਿ ਜੇ ਸ਼ੁੱਕਰਵਾਰ ਆਵੇ ਜ਼ਿੰਦਗੀ 'ਚ ਸਾਨੂੰ ਕੀ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾ ਕੰਮ, ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜ੍ਹੈ। ਸੁਕ੍ਰਿਤ, ਸੁਕ੍ਰਿਤ ਮਾਨੇ ਚੰਗੀ ਕ੍ਰਿਤ, ਸੂ ਮਾਨੇ ਚੰਗੀ। ਪੰਜਾਬੀ ਦੇ ਵਿੱਚ ਕਿਸੇ ਚੀਜ਼ ਨੂੰ ਚੰਗਾ ਕਹਿਣਾ ਹੋਵੇ ਉਹਦੇ ਅੱਗੇ ਪ੍ਰਫਿਕਸ ਲਗਾ ਦਿੱਤਾ ਜਾਂਦਾ, ਸੂ, ਅਗੇਤਰ ਸੂ। ਜਿਵੇਂ ਪਤਨੀ ਤੇ ਹੈ, ਪਰ ਚੰਗੀ ਪਤਨੀ ਨੂੰ ਕਹਿ ਦਿੱਤਾ ਸੁਪਤਨੀ। ਪੁੱਤਰ ਤੇ ਹੈ, ਚੰਗਾ ਕਿ ਮਾੜਾ ਹੈ? ਜੇ ਚੰਗਾ ਹੈ ਅੱਗੇ ਲੱਗ ਗਿਆ ਸਪੁੱਤਰ। ਭਾਵ ਸੂ ਸ ਜਿਹੜਾ ਉਹ ਅਗੇਤਰ ਲੱਗ ਜਾਂਦੇ ਨੇ। ਕ੍ਰਿਤ ਮੈਨੇ ਕੰਮ। ਮਨੁੱਖ ਜੇ ਤੂੰ ਚਾਹੁੰਦਾ ਕਿ ਮੇਰੀ ਜ਼ਿੰਦਗੀ 'ਚ ਸੁੱਖ ਸ਼ਾਂਤੀ ਬਣੀ ਰਹੇ, ਤੂੰ ਚੰਗੇ ਕੰਮ ਕਰ। ਸ਼ੁੱਕਰਵਾਰ ਵਾਲੇ ਦਿਨ ਕੀ ਕਰ? ਸੁਕ੍ਰਿਤ ਸਹਾਰੈ। ਸਹਾਰਾ ਮੈਨੇ ਸਹਾਰਾ ਬਣਾਉਣਾ। ਚੰਗੀ ਕ੍ਰਿਤ ਨੂੰ, ਚੰਗੇ ਕੰਮ ਨੂੰ ਤੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ। ਜਿਹੜਾ ਮਨੁੱਖ ਚੰਗੇ ਕੰਮਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲੈਂਦਾ ਵੈ, ਚੰਗੇ ਕੰਮ ਕਰਦਾ ਹੈ ਕਿ ਮੈਂ ਜਦੋਂ ਕਰਮ ਕਰਾਂਗਾ ਚੰਗਾ ਕਰਮ ਕਰਾਂਗਾ। ਔਰ ਚੰਗੇ ਕਰਮ ਦੀ ਨਿਸ਼ਾਨੀ ਕੀ ਹੈ? 3 ਚੀਜ਼ਾਂ ਦੇ ਉੱਤੇ ਅਸੀਂ ਚੰਗੇ ਕੰਮ ਨੂੰ ਪਰਖ ਸਕਦੇ ਹਾਂ ਵੀ ਇਹ ਚੰਗਾ ਕਿ ਮਾੜਾ ਹੈ। 3 ਕਸਵੱਟੀਆਂ ਹੁੰਦੀਆਂ ਨੇ। ਜੇ ਤਿੰਨੇ ਕਸਵੱਟੀਆਂ ਪੂਰੀਆਂ ਲੱਗ ਗਈਆਂ, ਸਮਝ ਲਓ ਕੰਮ ਚੰਗਾ ਹੈ। ਜੇ 3 ਕਸਵੱਟੀਆਂ ਵਿੱਚੋਂ ਇੱਕ ਵੀ ਕਸਵੱਟੀ ਪੂਰੀ ਨਹੀਂ ਹੋ ਰਹੀ ਤੇ ਉਹ ਕੰਮ ਮਾੜਾ ਹੈ। ਪਹਿਲੀ ਕਸਵੱਟੀ, ਚੰਗਾ ਕੰਮ ਉਹ ਹੈ ਜਿਹੜਾ ਕੰਮ ਮੈਨੂੰ ਸੁੱਖ ਦੇ, ਮੈਨੂੰ ਲਾਭ ਦੇਵੇ, ਮੇਰਾ ਫਾਇਦਾ ਕਰੇ। ਦੂਜੀ ਕਸਵੱਟੀ, ਚੰਗਾ ਕੰਮ ਉਹ ਹੈ
ਜਿਹੜਾ ਜਿਹਦੇ ਨਾਲ ਮੈਂ ਕੰਮ ਕਰ ਰਿਹਾ ਜਾਂ ਜਿਹਦੇ ਲਈ ਮੈਂ ਕੰਮ ਕਰ ਰਿਹਾ ਉਹਨੂੰ ਵੀ ਸੁੱਖ ਦੇਵੇ, ਉਹਦਾ ਵੀ ਭਲਾ ਕਰੇ, ਉਹਦਾ ਵੀ ਫਾਇਦਾ ਕਰੇ। ਉੱਤਮ ਪੁਰਖ ਦਾ ਵੀ ਭਲਾ ਕਰੇ, ਸੈਕੰਡ ਪਰਸਨ ਜਿਹੜਾ ਸੈਕੰਡ ਪਰਸਨ ਹੈ ਦੂਜਾ ਪੁਰਖ ਉਹਨੂੰ ਵੀ ਭਲਾ ਦੇਵੇ। ਤੇ ਤੀਜੀ ਉਹਦੀ ਨਿਸ਼ਾਨੀ ਕੀ ਹੈ? ਜਿਹੜਾ ਸਾਡੇ ਵਿੱਚ ਨਹੀਂ ਹੈਗਾ ਥਰਡ ਪਰਸਨ ਉਹਦਾ ਵੀ ਫਾਇਦਾ ਕਰੇ, ਉਹਨੂੰ ਵੀ ਸੁੱਖ ਦੇਵੇ। ਭਾਵ ਉਹ ਕੰਮ ਚੰਗਾ ਹੈ ਜਿਹੜਾ ਮੇਰਾ ਵੀ ਫਾਇਦਾ ਕਰੇ, ਤੁਹਾਡਾ ਵੀ ਕਰੇ ਤੇ ਤੀਜੇ ਬੰਦੇ ਦਾ ਵੀ ਕਰੇ। ਇੱਕ ਬੰਦਾ ਕੰਮ ਕਰਾਉਣ ਵਾਲਾ ਹੈ, ਇੱਕ ਕਰਨ ਵਾਲਾ ਹੈ। ਮੰਨ ਲਓ ਤੁਸੀਂ ਕੋਈ ਕੰਮ ਨੂੰ ਕਿਹਾ ਵੀ ਭਾਈ ਸਾਹਿਬ ਇਹ ਕੰਮ ਕਰੋ, ਜੇ ਤੇ ਉਹ ਕੰਮ ਕੀਤਿਆਂ ਮੈਨੂੰ ਲਾਭ ਹੋ ਰਿਹਾ, ਫਾਇਦਾ ਹੋ ਰਿਹਾ, ਫਿਰ ਤੇ ਕੰਮ ਚੰਗਾ ਹੈ। ਤੇ ਤੁਹਾਡੇ ਲਈ ਮੈਂ ਉਹ ਕੰਮ ਕਰ ਰਿਹਾ, ਜੇ ਤੁਹਾਨੂੰ ਵੀ ਫਾਇਦਾ ਹੋ ਰਿਹਾ ਤੇ ਚੰਗਾ ਹੈ। ਤੇ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਜੇ ਤੀਜੇ ਬੰਦੇ ਲਈ ਵੀ ਫਾਇਦਾ ਹੋ ਰਿਹਾ ਇਹਦਾ ਮਤਲਬ ਚੰਗਾ ਹੈ। ਭਾਵ ਉਹ ਕੰਮ ਭਲਾ ਹੈ ਜਿਹੜਾ ਆਪਣੇ ਲਈ, ਤੁਹਾਡੇ ਲਈ ਤੇ ਜਿਹਨੂੰ ਅਸੀਂ ਨਹੀਂ ਵੀ ਜਾਣਦੇ ਉਹਦੇ ਲਈ ਵੀ ਫਾਇਦੇਮੰਦ ਹੋਵੇ। ਸਮਝਦੇ ਉਹ ਕੰਮ ਭਲਾ ਹੈ। ਤੇ ਜਿਸ ਕੰਮ ਦੇ ਨਾਲ ਮੈਨੂੰ ਤੇ ਫਾਇਦਾ ਹੈ, ਤੁਹਾਨੂੰ ਤੇ ਫਾਇਦਾ, ਪਰ ਤੀਜੇ ਬੰਦੇ ਨੂੰ ਨੁਕਸਾਨ ਹੈ, ਉਹ ਕੰਮ ਭਲਾ ਨਹੀਂ। ਮੰਨ ਲਓ ਇੱਕ ਆਦਮੀ ਜਿਹੜਾ ਵੈ ਉਹ ਨਸ਼ੇ ਵੇਚ ਰਿਹਾ ਹੈ। ਹੁਣ ਮਾਲਕ ਨਸ਼ੇ ਉਹਦੇ ਤੋਂ ਵਿਕਵਾ ਰਿਹਾ, ਉਹ ਦੁਕਾਨ ਤੇ ਬੈਠਾ ਨਸ਼ੇ ਵੇਚ ਰਿਹਾ। ਹੁਣ ਉਸ ਬੰਦੇ ਨੂੰ ਨਸ਼ੇ ਵੇਚਣ ਦਾ ਫਾਇਦਾ ਵੀ ਉਹਨੂੰ ਤਨਖਾਹ ਮਿਲ ਜਾਂਦੀ ਹੈ, ਤੇ ਜਿਹੜਾ ਮਾਲਕ ਵੇਚ ਰਿਹਾ ਉਹਦਾ ਬਿਜ਼ਨਸ ਚੱਲ ਰਿਹਾ, ਉਹਦੇ ਪੈਸੇ ਬਣਦੇ ਨੇ, ਉਹਨੂੰ ਪ੍ਰੋਫਿਟ ਹੁੰਦਾ ਹੈ। ਪਰ ਥਰਡ ਪਰਸਨ ਨੂੰ ਦੁੱਖ ਮਿਲ ਰਿਹਾ, ਰੋਗ ਮਿਲ ਰਹੇ ਨੇ, ਬਿਮਾਰੀਆਂ ਮਿਲਦੀਆਂ ਨੇ, ਕਲੇਸ਼ ਮਿਲ ਰਹੇ ਨੇ, ਉਹਦੀ ਸਰੀਰਕ ਤੰਦਰੁਸਤੀ ਖਤਮ ਹੋ ਰਹੀ ਹੈ। ਇਹਦਾ ਮਤਲਬ ਇਹ ਕੰਮ ਚੰਗਾ ਨਹੀਂ ਹੈ। ਇਸੇ ਕਰਕੇ ਸਿੱਖ ਨੂੰ ਹਦਾਇਤ ਹੈ ਸੁਕ੍ਰਿਤ ਕਰਨੀ, ਚੰਗੇ ਕੰਮ ਕਰਨੇ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਵੇ, ਤੁਹਾਨੂੰ ਵੀ ਹੋਵੇ ਤੇ ਤੀਜੇ ਨੂੰ ਵੀ ਫਾਇਦਾ ਹੋਵੇ। ਇਹ ਸਾਡੀ ਜ਼ਿੰਦਗੀ ਦਾ ਸਹਾਰਾ ਬਣ ਜਾਏ। ਜਿਹੜਾ ਸ਼ੁੱਕਰਵਾਰ ਨੂੰ ਆਪਣੀ ਜ਼ਿੰਦਗੀ ਸੁਖੀ ਤੇ ਸ਼ਾਂਤ ਕਰਨੀ ਚਾਹੁੰਦਾ ਹੈ ਉਹ ਚੰਗਾ ਕੰਮ ਕਰੇ ਜਿਹੜਾ ਕੁੱਲ ਦੁਨੀਆ ਦਾ ਭਲਾ ਕਰਦਾ ਹੋਵੇ। ਚੰਗੇ ਕੰਮ ਨੂੰ ਸਹਾਰਾ ਬਣਾ ਲਏ। ਸੁਕ੍ਰਿਤ ਸਹਾਰੇ ਤੇ ਕੰਮ ਹੈ ਬੜਾ ਔਖਾ ਹੈ। ਫਿਰ ਕੀ ਕਰਨਾ ਪਏਗਾ? ਇਹਦੇ ਲਈ ਸਾਨੂੰ ਪ੍ਰੋਮਿਸ ਲੈਣਾ ਪਏਗਾ, ਪ੍ਰਣ ਲੈਣਾ ਪਏਗਾ ਕਿ ਮੈਂ ਕਸਮ ਖਾਨਾ ਜਾਂ ਪ੍ਰਣ ਲੈਣਾ ਜਾਂ ਮੈਂ ਪ੍ਰੋਮਿਸ ਕਰਦਾ, ਮੈਂ ਵਾਅਦਾ ਕਰਦਾ ਕਿ ਮੈਂ ਜਦੋਂ ਕਰਾਂਗਾ ਚੰਗਾ ਹੀ ਕੰਮ ਕਰਾਂਗਾ, ਬੁਰਾ ਨਹੀਂ ਕਰਾਂਗਾ। ਇਹਨੂੰ ਕਹਿੰਦੇ ਨੇ ਬ੍ਰਤ। ਬ੍ਰਤ ਮੈਨੇ ਪ੍ਰਣ ਕਰਨਾ। ਅਸੀਂ ਕਹਿੰਦੇ ਫਲਾਣੇ ਨੇ ਵਰਤ ਰੱਖਿਆ, ਰੋਟੀ ਨਹੀਂ ਖਾਣੀ। ਹੋਰ ਵਰਤ ਦਾ ਮਤਲਬ ਭੁੱਖਾ ਰਹਿਣਾ ਨਹੀਂ ਹੁੰਦਾ, ਪ੍ਰਣ ਲੈਣਾ ਹੁੰਦਾ ਹੈ। ਵੀ ਇਹਨੇ ਪ੍ਰਣ ਕੀਤਾ ਵੀ ਮੈਂ ਸਾਰਾ ਦਿਨ ਰੋਟੀ ਨਹੀਂ ਖਾਣੀ। ਇਹਨੇ ਪ੍ਰਣ ਕੀਤਾ ਹੈ ਅੱਜ ਸਾਰਾ ਦਿਨ ਮੈਂ ਪਾਣੀ ਨਹੀਂ ਪੀਣਾ, ਜਿੰਨਾ ਚਿਰ ਸੂਰਜ ਹੈ ਉਹਨਾਂ ਚਿਰ ਕੁਝ ਖਾਣਾ ਨਹੀਂ, ਸੂਰਜ ਡੁੱਬੇਗਾ ਤੇ ਕੁਝ ਖਾਵਾਂਗਾ। ਬ੍ਰਤ ਦਾ ਅਰਥ ਹੁੰਦਾ ਵੈ ਪ੍ਰਣ ਕਰਨਾ। ਬ੍ਰਤ ਦਾ ਅਰਥ ਹੁੰਦਾ ਪ੍ਰਣ ਕਰਨਾ। ਇਸੇ ਕਰਕੇ ਗੁਰੂ ਜੀ ਨੇ ਬਾਣੀ ਚ ਜਦੋਂ ਬ੍ਰਤ ਦੀ ਗੱਲ ਕੀਤੀ, ਕਹਿੰਦੇ ਬ੍ਰਤ ਰੱਖੇ ਸਿੱਖ, ਪ੍ਰਣ ਕਰੇ। ਪਰ ਪ੍ਰਣ ਇਹ ਨਾ ਕਹੇ ਮੈਂ ਰੋਟੀ ਨਹੀਂ ਖਾਣੀ, ਪ੍ਰਣ ਇਹ ਕਰੇ ਮੈਂ ਸੱਚ ਬੋਲਾਂਗਾ, ਸੱਚ ਦਾ ਵਰਤ ਰੱਖ ਲਵੇ। ਪ੍ਰਣ ਕਰੇ ਕਿ ਮੈਂ ਇਮਾਨਦਾਰੀ ਦੀ ਜ਼ਿੰਦਗੀ ਜੀਵਾਂਗਾ। ਪ੍ਰਣ ਇਹ ਕਰੇ ਕਿ ਮੈਂ ਜ਼ਿੰਦਗੀ ਦੇ ਵਿੱਚ ਮਿੱਠਾ ਬੋਲਾਂਗਾ। ਹੁਣ ਇੱਥੇ ਪ੍ਰਣ ਕਰਨ ਨੂੰ ਕਹਿ ਰਹੇ ਨੇ ਭਗਤ ਕਬੀਰ ਜੀ ਕਿ ਚੰਗੀ ਕਿਰਤ ਕਰਨ ਦਾ ਤੂੰ ਪ੍ਰਣ ਲੈ, ਵਰਤ ਲੈ। ਕਿ ਮੈਂ ਬ੍ਰਤ ਲੈਣਾ ਵਾਂ, ਮੈਂ ਪ੍ਰਣ ਕਰਦਾ ਹਾਂ, ਮੈਂ ਵਾਅਦਾ ਕਰਦਾ ਹਾਂ। ਉਹ ਮਨੁੱਖ ਜਿਹੜਾ ਚੰਗੇ ਕੰਮ ਕਰਨ ਨੂੰ ਸਹਾਰਾ ਬਣਾਉਣ ਦਾ ਵਰਤ ਲੈ ਲੈਂਦਾ ਹੈ, ਉਹਦਾ ਸ਼ੁੱਕਰਵਾਰ ਦਾ ਦਿਨ ਸ਼ੁਭ ਹੋ ਜਾਂਦਾ ਹੈ। ਸੁਕ੍ਰਿਤ ਸਹਾਰੇ ਸੋ ਇਹ ਬ੍ਰਤ ਚੜ੍ਹੇ। ਸੁਕ੍ਰਿਤ ਚੰਗਾ ਕੰਮ, ਸਹਾਰਾ ਮੈਨੇ ਸਹਾਰਾ ਬਣਾ ਲੈਂਦਾ ਹੈ। ਸੋ ਇਹ ਬ੍ਰਤ ਔਖੀ ਜੀਵਨ ਜੁਗਤ ਦਾ ਪ੍ਰਣ ਕਰਨਾ ਤੇ ਇਸ ਪ੍ਰਣ ਦੇ ਰਸਤੇ ਤੇ ਚੜ੍ਹਨਾ, ਭਾਵ ਪ੍ਰਣ ਨੂੰ ਪੁਗਾਣਾ, ਪੂਰਾ ਕਰਨਾ, ਜੀਵਨ ਜੁਗਤ ਦੇ ਵਿੱਚ ਇਸ ਪ੍ਰਣ ਨੂੰ ਕੰਪਲੀਟ ਕਰਨਾ। ਹੋਰ ਕੀ ਕਰੀਏ ਜੀ ਸ਼ੁੱਕਰਵਾਰ ਚੰਗਾ ਬਣ ਜਾਏ? ਭਗਤ ਕਬੀਰ ਜੀ ਆਖਦੇ ਨੇ ਵੀ ਦੂਜੇ ਨੂੰ ਸਮਝਾਉਣਾ ਔਖਾ, ਆਪਣੇ ਆਪ ਨੂੰ ਸਮਝਾਉਣਾ ਬੜਾ ਔਖਾ ਹੈ। ਦੂਜਾ ਕੰਮ ਫਿਰ ਕੀ ਕਰੀਏ? ਇਸੇ ਕਰਕੇ ਕਿਹਾ ਜਾਂਦਾ ਵੈ ਦੁਨੀਆ ਦਾ ਸਭ ਤੋਂ ਸੌਖਾ ਕੰਮ ਹੈ ਕਿਸੇ ਨੂੰ ਉਪਦੇਸ਼ ਕਰਨਾ, ਤੇ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਉਪਦੇਸ਼ ਨੂੰ ਮੰਨਣਾ। ਇਹ ਜਿਹੜਾ ਬ੍ਰਤ ਲੈ ਰਿਹਾ ਨਾ, ਇਹਨੂੰ ਮੰਨਣ ਵਾਸਤੇ ਤੈਨੂੰ ਆਪਣੇ ਆਪੇ ਨਾਲ ਜੂਝਣਾ ਪਏਗਾ। ਅਨ ਦਿਨ ਆਪ ਸਿਉ ਲੜੇ। ਅਨ ਦਿਨ ਮੈਨੇ ਹਰ ਰੋਜ਼, ਅਨ ਦਿਨ ਮੈਨੇ ਹਰ ਰੋਜ਼। ਔਰ ਹੱਥ ਲਿਖਤ ਪੀੜਾਂ ਵਿੱਚ ਅਨ ਦਿਨ ਦੇ ਨੰਨੇ ਨੂੰ ਔਂਕੜ ਲੱਗੀ ਹੋਈ ਹੈ। ਆਪ ਸਿਉ ਲੜੇ, ਆਪ ਆਪਣੇ ਆਪੇ ਨਾਲ, ਪਹਿਲੇ ਆਪ ਦੇ ਪੱਪੇ ਨੂੰ ਸਿਆਰੀ ਲੱਗੀ ਹੋਈ ਹੈ, ਆਪਣੇ ਆਪੇ ਨਾਲ। ਆਪ ਸਿਉ, ਆਪੇ ਨਾਲ। ਹੁਣ ਸਿਉ ਸੰਬੰਧਕ ਆ ਗਿਆ ਤੇ ਉੱਥੇ ਆਪ ਦੇ ਪੱਪੇ ਨੂੰ ਔਂਕੜ ਨਹੀਂ ਹੋਏਗੀ। ਅਨ ਦਿਨ ਆਪ ਸਿਉ ਲੜੇ, ਭਾਵ ਹਰ ਰੋਜ਼
ਆਪਣੇ ਆਪੇ ਨਾਲ ਲੜਾਈ ਕਰਦਾ ਹੈ। ਉਹ ਲੜਾਈ ਕਰਦਾ ਹੈ ਭਾਵ ਆਪਣੇ ਆਪ ਦੇ ਨਾਲ ਜੂਝਦਾ ਹੈ, ਆਪਣੇ ਆਪੇ ਨੂੰ ਸਮਝਾਉਂਦਾ ਹੈ, ਆਪਣੇ ਆਪੇ ਨੂੰ ਆਪਣੇ ਅਧੀਨ ਕਰਦਾ ਹੈ, ਆਪਣੇ ਮਨ ਨੂੰ ਕਾਬੂ ਚ ਕਰਦਾ ਹੈ, ਕੰਟਰੋਲ ਚ ਕਰਦਾ ਹੈ, ਆਪਣੇ ਆਪੇ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਕਿਉਂਕਿ ਜਦੋਂ ਇਹ ਪ੍ਰਣ ਲੈਣਾ ਨਾ, ਮੈਂ ਚੰਗੇ ਕੰਮ ਕਰਨੇ ਨੇ, ਜਦੋਂ ਆਪਣੇ ਆਪੇ ਦੇ ਨਾਲ ਜੂਝਣਾ ਪੈਂਦਾ ਹੈ, ਲੜਨਾ ਪੈਂਦਾ ਹੈ, ਭਾਵ ਆਪਣੇ ਆਪੇ ਨੂੰ ਆਪਣੇ ਕੰਟਰੋਲ ਚ ਕਰਨਾ ਪੈਂਦਾ ਹੈ। ਤੇ ਜਿਹੜਾ ਆਪਣੇ ਆਪੇ ਨੂੰ ਕੰਟਰੋਲ ਚ ਕਰ ਲਵੇ ਉਹ ਬੜਾ ਵੱਡਾ ਸੂਰਮਾ ਹੈ। ਆਤਮ ਜਿਣੇ ਸਗਲ ਵਸ ਤਾਕੇ, ਉਹ ਸੂਰਮਾ ਹੈ ਜਾਕੋ ਹਰ ਰੰਗ ਲਾਗੂ, ਇਸ ਯੁਗ में सो कहियत है सूरा, आत्म जिणे सगल वस ताके, जाका सतगुरु पूरा। ਜਿਹਨੇ ਆਪਣੇ ਆਪੇ ਨੂੰ ਜਿੱਤ ਲਿਆ, ਜਿਹੜਾ ਮੈਨੇ ਜਿੱਤਣਾ, ਆਤਮ ਜਿਣੇ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਮਨ ਨੂੰ ਜਿੱਤਣਾ। ਹੋਰ ਕੀ ਕਰੇ ਇਹ? ਆਪਣੇ ਆਪੇ ਦੇ ਨਾਲ ਲੜਾਈ ਕਰੇ, ਭਾਵ ਆਪਣੇ ਆਪੇ ਤੇ ਕੰਟਰੋਲ ਕਰੇ, ਆਪਣੇ ਆਪੇ ਨੂੰ ਅਧੀਨ ਕਰੇ। ਤੀਜਾ ਕੰਮ ਕੀ ਕਰੇ? ਸੁਰਖੀ ਪੰਚੋਂ ਰੱਖੈ ਸਭੈ। ਸੁਰਖੀ ਮੈਨੇ ਸਾਡੇ ਇੰਦਰੇ, ਉਹਨਾਂ ਪੰਜਾਂ ਇੰਦਰੀਆਂ ਨੂੰ ਆਪਣੇ ਵਸ ਵਿੱਚ ਰੱਖੇ, ਉਹਨਾਂ ਸਾਰਿਆਂ ਨੂੰ ਆਪਣੇ ਅਧੀਨ ਕਰੇ। ਪੰਜਾਂ ਇੰਦਰੀਆਂ ਨੂੰ ਆਪਣੇ ਅਧੀਨ ਕਰ ਲਵੇ। ਅੱਖਾਂ ਨੂੰ ਆਪਣੇ ਅਧੀਨ ਕਰੇ, ਭਾਵ ਅੱਖਾਂ ਪਰ ਧਨ ਪਰ ਰੂਪ ਨਾ ਦੇਖਣ, ਅੱਖਾਂ ਨੂੰ ਇਹ ਹੁਕਮ ਲਗਾਵੇ, ਇਹ ਆਰਡਰ ਕਰੇ ਅੱਖਾਂ ਨੂੰ ਕਿ ਤੂੰ ਸਾਰਿਆਂ ਵਿੱਚੋਂ ਰੱਬ ਦੇਖ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨਵਰ ਨਾ ਦੇਖੋ ਕੋਈ। ਕੰਨਾਂ ਨੂੰ ਇਹ ਹੁਕਮ ਦੇਵੇ, ਇਹ ਸਰਵਣੋ ਮੇਰੇ ਹੋ, ਸਾਚਾ ਸੁਣਨ ਨੂੰ ਪਠਾਏ, ਸਾਚਾ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜ਼ੁਬਾਨ ਨੂੰ ਇਹ ਆਰਡਰ ਦੇਵੇ ਕਿ ਜੇ ਬਾ ਜਪ ਗੁਰ ਨਾਉ, ਭਾਵ ਆਪਣੀ ਇੰਦਰੀਆਂ ਨੂੰ ਆਪਣੇ ਕੰਟਰੋਲ ਵਿੱਚ ਰੱਖੇ। ਇਸ ਤੋਂ ਅੱਗੇ ਕੀ ਕਰੇ? ਸੁਰਖੀ ਪਾਂਚੋਂ ਰੱਖੈ ਸਭੈ, ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਦੂਜੀ ਦ੍ਰਿਸ਼ਟ ਮੈਨੇ ਦਵੈਤ ਵਾਲੀ ਦ੍ਰਿਸ਼ਟੀ, ਦਵੈਤ ਵਾਲੀ ਦ੍ਰਿਸ਼ਟੀ ਮੈਨੇ ਵਿਤਕਰੇ ਵਾਲੀ, ਨੇਰ ਤੇਰ ਵਾਲੀ ਨਜ਼ਰ। ਇਹ ਮੇਰਾ, ਉਹ ਤੇਰਾ, ਇਹ ਆਪਣਾ, ਇਹ ਬੇਗਾਨਾ, ਇਹ ਊਚ, ਇਹ ਨੀਚ, ਇਹ ਅਮੀਰ, ਇਹ ਗਰੀਬ, ਇਹ ਤਗੜਾ, ਇਹ ਕਮਜ਼ੋਰ, ਆ ਜਿਹੜੇ ਵਿਤਕਰੇ ਨੇ, ਇਹਨਾਂ ਵਿਤਕਰਿਆਂ ਵਾਲੀ ਨਜ਼ਰ ਨੂੰ ਦੂਰ ਕਰ ਦੇਵੇ, ਆਪਣੇ ਤੇ ਕਦੀ ਪੈਣ ਨਾ ਦੇਵੇ। ਭਾਵ ਉਹਦੀ ਜ਼ਿੰਦਗੀ 'ਚ ਨੇਰ ਤੇਰ ਦੇ ਵਿਤਕਰੇ ਦੀ ਨਜ਼ਰ ਨਹੀਂ ਹੋਣੀ ਚਾਹੀਦੀ। ਕਦੀ ਉਹਦੀ ਨੇਰ ਤੇਰ ਦੀ ਨਜ਼ਰ ਫਿਰ ਕਿਸੇ ਤੇ ਪੈਂਦੀ ਨਹੀਂ ਹੈ, ਭਾਵ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਸ਼ੁੱਕਰਵਾਰ ਦਾ ਦਿਨ ਉਸ ਮਨੁੱਖ ਦੇ ਲਈ ਸੁਖੀ ਤੇ ਸ਼ਾਂਤ ਹੋ ਨਿਬੜਦਾ ਹੈ, ਜਿਹੜਾ ਮਨੁੱਖ ਕਿਸੇ ਦੂਜੇ ਨਾਲ ਭੇਦਭਾਵ ਨਹੀਂ ਕਰਦਾ। ਜਾਤਵਾਦ ਨੂੰ ਜਿਹਨੇ ਛੱਡ ਦਿੱਤਾ, ਜਾਤੀਵਾਦ ਨੂੰ ਜਿਹਨੇ ਖਤਮ ਕਰ ਦਿੱਤਾ, ਨੇਰ ਤੇਰ ਬੇਗਾਨਿਆਂ ਦੇ ਵਿਤਕਰੇ ਨੂੰ ਜਿਹਨੇ ਖਤਮ ਕਰ ਦਿੱਤਾ, ਜਿਹੜਾ ਕਰਦਾ ਹੈ, ਉਹ ਫਿਰ ਸ਼ੁੱਕਰਵਾਰ ਨੂੰ ਸੁਖੀ ਤੇ ਸ਼ਾਂਤ ਹੋ ਜਾਂਦਾ। ਸੁਭਾਵਕ ਜੇ ਤੇ ਮੈਂ ਜਾਤੀਵਾਦ ਚ ਫਸਾਂਗਾ, ਇਹ ਊਚ ਇਹ ਨੀਚ, ਫਿਰ ਕੁਝ ਲੋਕ ਜਿਹੜੇ ਮੇਰੇ ਆਪਣੇ ਹੋ ਜਾਣਗੇ, ਕੁਝ ਲੋਕ ਮੇਰੇ ਲਈ ਮੇਰੇ ਵਿਰੋਧੀ ਹੋ ਜਾਣਗੇ ਜਾਂ ਮੇਰੇ ਲਈ ਬੇਗਾਨੀ ਹੋ ਜਾਣਗੇ। ਜੇ ਮੈਂ ਵਿਤਕਰਾ ਕਰਾਂਗਾ, ਇਹ ਅਮੀਰ ਇਹ ਗਰੀਬ, ਤੇ ਉਦੋਂ ਮੈਂ ਦੋ ਧਿਰਾਂ ਵਿੱਚ ਫਸ ਜਾਵਾਂਗਾ, ਭਾਵ ਧੜੇਬੰਦੀ ਚ ਫਸ ਜਾਵਾਂਗਾ। ਜਦ ਮੈਂ ਵਿਤਕਰਾ ਕਰਾਂਗਾ, ਇਹ ਆਪਣਾ ਬੇਗਾਨਾ, ਮੈਂ ਆਪਣੇ ਨਾਲ ਤੇ ਮੋਹ ਚ ਫਸ ਜਾਵਾਂਗਾ, ਦੂਜਿਆਂ ਦੇ ਨਾਲ ਮੇਰੇ ਲਈ ਵਿਤਕਰਾ ਸ਼ੁਰੂ ਹੋ ਜਾਏਗਾ, ਭਾਵ ਮੈਂ ਦੂਜਿਆਂ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿਆਂਗਾ। ਫਿਰ ਕਿੱਥੇ ਸੁੱਖ ਆਏਗਾ? ਇਸ ਕਰਕੇ ਦਵੈਤ ਦੀ ਦ੍ਰਿਸ਼ਟੀ ਤਾਂ ਪੈਣੀ ਨਾ ਦਵੇ। ਦੂਜੇ ਵਿੱਚੋਂ ਵੀ ਰੱਬ ਦੇਖੇ, ਇਹਦਾ ਕੋਈ ਮਿੱਤਰ ਦੁਸ਼ਮਣ ਨਹੀਂ ਹੋਏਗਾ, ਰੱਬ ਹੀ ਹੋ ਜਾਣਗੇ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਲ ਨਹੀਂ ਚੀਤ। ਜਿੰਨਾ ਚਿਰ ਦੁਸ਼ਮਣ ਤੇ ਮਿੱਤਰ ਬਣਾ ਰਿਹਾ, ਇਹਦਾ ਚੀਤ ਨਿਚਲ ਨਹੀਂ ਹੈ, ਡੋਲਦਾ ਫਿਰਦਾ ਜੇ, ਅਜੇ ਟਿਕਾਣ ਨਹੀਂ ਆਇਆ। ਜੇ ਦੁਸ਼ਮਣ ਬਣਾ ਰਿਹਾ ਤਾਂ ਵੀ ਡੋਲ ਰਿਹਾ, ਤੇ ਜੇ ਮਿੱਤਰ ਬਣਾ ਰਿਹਾ ਕਿਸੇ ਨੂੰ ਤਾਂ ਵੀ ਡੋਲ ਰਿਹਾ। ਇਹਦਾ ਮਤਲਬ ਜਿਹਨੂੰ ਮਿੱਤਰ ਬਣਾ ਰਿਹਾ ਉਹ ਤਾਂ ਮੇਰਾ ਮਿੱਤਰ ਹੈ, ਫਿਰ ਇਹਦਾ ਮਤਲਬ ਦੂਜਾ ਮੇਰਾ ਮਿੱਤਰ ਨਹੀਂ ਹੈ। ਇਹ ਮੇਰਾ ਮਿੱਤਰ ਹੈ, ਮੈਂ ਮਿੱਤਰ ਬਣਾ ਰਿਹਾ, ਤੇ ਦੂਜਾ ਕੌਣ ਹੋਇਆ? ਇਸ ਕਰਕੇ ਜਦੋਂ ਕੋਈ ਕਿਸੇ ਨੂੰ ਦੁਸ਼ਮਣ ਬਣਾਉਂਦਾ ਹੈ ਜਾਂ ਕਿਸੇ ਨੂੰ ਮਿੱਤਰ ਬਣਾਉਂਦਾ ਹੈ, ਉਹਦਾ ਚਿੱਤ ਡੋਲਦਾ ਫਿਰਦਾ ਹੈ। ਅਜੇ ਸਾਰਿਆਂ ਚ ਉਹਨੇ ਰੱਬ ਦੇਖਿਆ ਨਹੀਂ। ਜਬ ਧਾਰੈ ਕਉ ਬੈਰੀ ਮੀਤ, ਤਬ ਲਗ ਨਿਚਲ ਨਹੀਂ ਚੀਤ। ਇਹਨਾਂ ਦਾ ਚੀਤ ਨਿਚਲ ਨਹੀਂ ਹੈ। ਇਸ ਕਰਕੇ ਗੁਰੂ ਜੀ ਆਖਦੇ ਨੇ ਕਿ ਤੂੰ ਮੇਰ ਤੇਰੇ ਦੇ ਵਿਤਕਰੇ ਹੀ ਛੱਡ ਦੇ। ਤੂੰ ਕੀ ਕਰ? ਸਾਰਿਆਂ ਵਿੱਚੋਂ ਇੱਕ ਰੱਬ ਨੂੰ ਹੀ ਦੇਖ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ ਵਿੱਚ ਇੱਕ ਰੱਬ ਹੀ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨੇ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਭਾਵ ਦਵੈਤ ਨੇਰ ਤੇਰ ਵਾਲੀ ਨਿਗਾਹ ਉਹਦੀ ਕਿਸੇ ਉੱਪਰ ਨਹੀਂ ਪੈਂਦੀ, ਉਹ ਸਾਰਿਆਂ ਵਿੱਚੋਂ ਇੱਕ ਰੱਬ ਨੂੰ ਹੀ ਦੇਖਦਾ ਹੈ। ਇਸ ਤੋਂ
अगला पदा आरंभ है 7वां। थावर फिर कर राखै सोए। थावर ਦਾ ਭਾਵ ਹੈ ਸ਼ਨਿਚਰਵਾਰ। ਸ਼ਨੀਵਾਰ ਨੂੰ ਇੱਥੇ ਕਹਿ ਦਿੱਤਾ। ਸ਼ਨਿਚਰਵਾਰ ਨੂੰ ਸ਼ਨੀ ਦੇਵਤੇ ਨਾਲ ਸੰਬੰਧਿਤ ਮੰਨਿਆ ਗਿਆ ਹੈਗਾ। ਤੇ ਸ਼ਨੀ ਦੇਵਤੇ ਨਾਲ ਸੰਬੰਧਿਤ ਜਿਹੜਾ ਹੈ, ਜੋਤਸ਼ੀਆਂ ਦੇ ਮੁਤਾਬਕ, ਪੁਜਾਰੀਆਂ ਦੇ ਮੁਤਾਬਕ, ਇਹ ਬੜਾ ਕਰੂਰ ਗ੍ਰਹਿ ਹੈ। ਵਧੀਆ ਚੰਗਾ ਗ੍ਰਹਿ ਨਹੀਂ ਹੈ, ਇਹ ਬੜਾ ਕਰੂਰ ਗ੍ਰਹਿ ਹੈ। ਔਰ ਇਹ ਰਾਜੇ ਦਾ, ਸੂਰਜ ਰਾਜੇ ਦਾ ਪੁੱਤਰ ਮੰਨਿਆ ਗਿਆ, ਜਾਂ ਕਹਿ ਲਓ ਸੂਰਜ ਦਾ ਇਹ ਪੁੱਤਰ ਮੰਨਿਆ ਗਿਆ। ਸੂਰਜ ਜਿਹੜਾ ਰਾਜਾ ਹੈ, ਉਹਦੇ 8 ਪੁੱਤਰ ਮੰਨੇ ਗਏ। ਇਹ ਜਿਹੜੇ 8 ਪੁੱਤਰ ਨੇ, ਇਹਨਾਂ ਵਿੱਚੋਂ ਜਿਹੜਾ ਸਭ ਤੋਂ ਛੋਟਾ ਪੁੱਤਰ ਹੈ, ਉਹਦਾ ਨਾਂ ਸੀ ਸ਼ਨਿਚਰ। ਕਿਉਂਕਿ ਇਹ ਸੂਰਜ ਦੀ ਘਰ ਵਾਲੀ ਛਾਇਆ ਦੇ ਪੇਟੋਂ ਹੋਇਆ ਸੀ, ਤੇ ਛਾਇਆ ਤੋਂ ਇਹਦਾ ਨਾਮ ਸ਼ਨਿਚਰ ਪੈ ਗਿਆ ਸੀ। ਔਰ ਬੜਾ ਛਾਇਆ ਮੈਨੇ ਹੁੰਦਾ ਹੀ ਹਨੇਰਾ ਵੈ, ਤੇ ਜੇ ਹਨੇਰਾ ਹੈ ਤੇ ਇਹਦਾ ਮਤਲਬ ਹਨੇਰਾ ਹੁੰਦਾ ਕਾਲਾ, ਤੇ ਜੇ ਹਨੇਰਾ ਕਾਲਾ ਹੈ ਇਹਦਾ ਮਤਲਬ ਸ਼ਨਿਚਰ ਉਹਦਾ ਪੁੱਤਰ ਵੀ ਕਾਲਾ ਹੈਗਾ। ਇਸ ਕਰਕੇ ਸ਼ਨੀ ਬੜਾ ਕਾਲਾ ਮੰਨਿਆ ਗਿਆ, ਬਦਸ਼ਕਲ ਮੰਨਿਆ ਗਿਆ, ਬੜਾ ਦਲਿਦਰੀ ਮੰਨਿਆ ਗਿਆ। ਤੇ ਜਦੋਂ ਜਿਸ ਜ਼ਮਾਨੇ ਵਿੱਚ ਰਾਜਕੁਮਾਰੀਆਂ ਦੇ, ਰਾਜਕੁਮਾਰਾਂ ਦੇ ਵਿਆਹ ਸੁੰਬਰ ਰੀਤੀ ਨਾਲ ਹੁੰਦੇ ਸੀ, ਉਦੋਂ ਸੂਰਜ ਦੇ 7 ਪੁੱਤਰ ਤੇ ਵਿਆਹੇ, ਪਰ ਸ਼ਨਿਚਰ ਨੂੰ ਕਿਸੇ ਨੇ ਪਸੰਦ ਕੀਤਾ ਨਹੀਂ, ਕਾਲਾ ਬੜਾ ਸੀ। ਫਿਰ ਇਹਨੂੰ ਗੋਰਾ ਦਿਖਾਉਣ ਵਾਸਤੇ ਉਹਦੀ ਮਾਂ ਛਾਇਆ ਨੇ ਉਹਦੇ ਪਿੰਡੇ ਤੇ ਸੰਦੂਰ ਮਲ ਦਿੱਤਾ। ਫਿਰ ਵੀ ਕਿਸੇ ਨੇ ਕੁੜੀ ਨੇ ਉਹਦੇ ਨਾਲ ਵਿਆਹ ਨਹੀਂ ਕਰਾਇਆ। ਫਿਰ ਜਦੋਂ ਰਾਜਾ ਸੂਰਜ ਮਰਿਆ, ਸ਼ਨਿਚਰ ਦੀ ਮਾਂ ਜਿਹੜੀ ਸਤੀ ਨਾਲ ਹੋ ਗਈ। ਫਿਰ ਸ਼ਨਿਚਰ ਜਿਹੜਾ ਦਲਿਦਰੀ, ਉਹ ਕਮਾਈ ਵੀ ਨਹੀਂ ਸੀ ਕਰਦਾ, ਉਹ ਹੁਣ ਅਸਹਾਏ ਹੋ ਗਿਆ। ਫਿਰ ਕੀ ਕੀਤਾ, ਉਹਦੇ ਜਿਹੜੇ ਵੱਡੇ 7 ਭਰਾ ਸੀ, ਉਹਨਾਂ 7 ਭਰਾਵਾਂ ਨੇ ਕੀ ਕਰਨਾ, ਥੋੜਾ ਥੋੜਾ ਅੰਨ ਇਕੱਠਾ ਕਰਕੇ ਦੇਣਾ, ਤੇ ਅੰਨ ਵੀ ਉਹ ਦੇਣਾ ਜਿਹੜਾ ਸਭ ਤੋਂ ਖਰਾਬ ਹੋਣਾ। ਘਿਓ ਨਹੀਂ ਦੇਣਾ, ਤੇਲ ਦੇ ਦੇਣਾ, ਜਾਂ ਉਹਨੂੰ ਸੋਨੇ ਚਾਂਦੀ ਦੇ ਗਹਿਣੇ ਨਹੀਂ ਦੇਣੇ, ਉਹਨੂੰ ਲੋਹੇ ਦੇ ਦੇਣੇ। ਕੱਪੜੇ ਵੀ ਨੇ ਫਾਟੇ ਪੁਰਾਣੇ ਦੇ ਦੇਣੇ, ਉਹਨੂੰ ਪਿੰਡੇ ਤੇ ਮਲਣ ਲਈ ਸੰਧੂਰ ਦੇ ਦੇਣਾ। ਆਹ ਉਹਦੀ ਜ਼ਿੰਦਗੀ ਸੀ। ਇਸ ਤੋਂ ਬਾਅਦ ਜਦੋਂ ਉਹ ਮਰਿਆ, ਉਹਦੀ ਮੂਰਤੀ ਅੱਗੇ ਵੀ ਇਹੀ ਭੇਟਾ ਚੱਲਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਇਹ ਮੰਨਿਆ ਜਾਂਦਾ ਹੈ ਸਨਾਤਨ ਦੇ ਵਿੱਚ। ਜਿਵੇਂ ਸਨਾਤਨ ਮਤ ਦੇ ਲੋਕ 9 ਗ੍ਰਹਿਆਂ ਦੀ ਪੂਜਾ ਕਰਦੇ ਨੇ, ਉਦਾਂ ਸ਼ਨਿਚਰ ਦੀ ਵੀ ਪੂਜਾ ਕਰਦੇ ਨੇ। ਤੇ ਸ਼ਨਿਚਰ ਦੀ ਜਿਹੜੀ ਸਵਾਰੀ ਹੈਗੀ, ਉਹ ਹੈਗੀ ਗਿਰਜ। ਗਿਰਜ ਇਹਦੀ ਸਵਾਰੀ ਹੈ। ਤੇ ਇਹਦੀ ਭੇਟਾ ਕੀ ਹੈ? ਇਹਦੀ ਭੇਟਾ, ਵੈਸੇ ਤਾਂ ਸ਼ਨਿਚਰ ਦੀ, ਸ਼ਨੀ ਦੇਵਤੇ ਦੀ ਭੇਟਾ ਸਾਨੂੰ ਸ਼ਨੀ ਦੇ ਮੰਦਿਰ ਤੋਂ ਪਤਾ ਲੱਗ ਜਾਣੀ ਚਾਹੀਦੀ ਹੈ, ਪਰ ਸ਼ਨੀ ਦੇ ਮੰਦਿਰ ਸਾਨੂੰ ਜਾਣ ਦੀ ਲੋੜ ਨਹੀਂ, ਸਾਨੂੰ ਗੁਰਦੁਆਰਿਆਂ ਤੋਂ ਪਤਾ ਲੱਗ ਜਾਂਦੀ ਹੈ ਕਿ ਸ਼ਨੀ ਦੇਵਤੇ ਦੀ ਭੇਟਾ ਕੀ ਹੈ। ਕਦੀ ਕਿਸੇ ਖਾਸ ਇਲਾਕੇ ਦੇ ਖਾਸ ਸ਼ਨੀਵਾਰ ਵਾਲੇ ਗੁਰਦੁਆਰੇ ਜਾ ਕੇ ਦੇਖੋ, ਉਹਨਾਂ ਗੁਰਦੁਆਰਿਆਂ ਦਾ ਨਾਂ ਹੀ ਸ਼ਨੀਵਾਰ ਦੇ ਨਾਂ ਤੇ ਪਿਆ ਹੁੰਦਾ। ਸ਼ਨੀਵਾਰ ਦਾ ਜਿਹੜਾ ਗੁਰਦੁਆਰਾ ਹੈ, ਉਹਦੇ ਵਿੱਚ ਕੀ ਮਿਲੇਗਾ? ਕਾਲੇ ਛੋਲੇ ਮਿਲਣਗੇ ਸ਼ਨੀਵਾਰ ਨੂੰ, ਕਾਲੇ ਮਾਂਹ ਮਿਲਣਗੇ। ਉੱਥੇ ਲੋਕ ਜਾ ਕੇ ਤੇਲ ਦਾਨ ਕਰਨਗੇ, ਤੇਲ ਦੀਆਂ ਉੱਥੇ ਸ਼ੀਸ਼ੀਆਂ ਪਈਆਂ ਹੋਣਗੀਆਂ। ਤੇ ਮੋਸਟਲੀ ਐਸੇ ਗੁਰਦੁਆਰਿਆਂ ਦਾ ਨਾਮ ਜਿਹੜਾ ਉਹ ਦੁੱਖ ਨਿਵਾਰਨ ਰੱਖਿਆ ਜਾਂਦਾ ਹੈ। ਇਹ ਦੁੱਖ ਕੱਟਣ ਵਾਲਾ ਇਹ ਗੁਰਦੁਆਰਾ ਹੈ। ਲਗਭਗ ਪੰਜਾਬ ਦੇ ਹਰ ਇੱਕ ਸ਼ਹਿਰ ਦੇ ਵਿੱਚ ਤੁਹਾਨੂੰ ਦੁੱਖ ਨਿਵਾਰਨ ਮਿਲ ਜਾਏਗਾ। ਲੁਧਿਆਣੇ ਦੇ ਵਿੱਚ ਲਗਭਗ 5 ਦੁੱਖ ਨਿਵਾਰਨ ਨੇ। ਜਿਹੜਾ ਸਭ ਤੋਂ ਵੱਡਾ ਹੈ ਉਹ ਸ਼ਨੀਵਾਰ ਦਾ ਗੁਰਦੁਆਰਾ ਵੀ ਮਸ਼ਹੂਰ ਹੈ। ਉਹ ਕਿਉਂ ਸ਼ਨੀਵਾਰ ਦਾ ਗੁਰਦੁਆਰਾ? ਕਿਉਂਕਿ ਸ਼ਨੀਵਾਰ ਨੂੰ ਉੱਥੇ ਕਾਲੇ ਛੋਲੇ ਚੜ੍ਹਦੇ ਨੇ, ਕਾਲੇ ਛੋਲਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਵੈ, ਕਾਲੇ ਮਾਂਹ ਚੜ੍ਹਦੇ ਨੇ, ਤੇਲ ਚੜ੍ਹਦਾ ਹੈ, ਬੜਾ ਕੁਛ ਹੁੰਦਾ ਹੈ। ਸ਼ਨੀਵਾਰ ਨੂੰ ਰਸ਼ ਹੁੰਦਾ ਪੂਰਾ। ਔਰ ਇਹੀ ਕਾਰਨ ਸਾਡੀ ਕੌਮ ਦੇ ਵਿੱਚ ਕੁਝ ਗੁਰਦੁਆਰੇ ਐਸੇ ਜਿਨ੍ਹਾਂ ਦਾ ਨਾਮ ਦੁੱਖ ਨਿਵਾਰਨ ਰੱਖ ਦਿੱਤਾ ਗਿਆ। ਔਰ ਸ਼ਨੀਵਾਰ ਨੂੰ ਖਾਸ ਕਰ ਬਹੁਤਾਤ ਦੁੱਖ ਨਿਵਾਰਨ ਗੁਰਦੁਆਰਿਆਂ ਵਿੱਚ ਕਾਲੇ ਛੋਲੇ, ਕਾਲੇ ਮਾਂਹ ਤੇ ਸਰੋਂ ਦਾ ਤੇਲ ਆਦਿ ਚੜ੍ਹਦਾ ਹੈਗਾ ਵੈ। ਉਹਦਾ ਮਤਲਬ ਕਿ ਇਹ ਸ਼ਨੀਵਾਰ ਸ਼ਨੀ ਦੇ ਦੁੱਖ ਕੱਟਣ ਵਾਲਾ ਇਹ ਗੁਰਦੁਆਰਾ ਹੈ। ਸਾਰੇ ਨਹੀਂ, ਮੋਸਟਲੀ ਜਿਹੜੇ ਜ਼ਿਆਦਾਤਰ ਦੁੱਖ ਨਿਵਾਰਨ ਗੁਰਦੁਆਰੇ ਨੇ, ਉਹਨਾਂ ਦੇ ਵਿੱਚ ਇਹ ਕੰਮ ਚੱਲਦਾ ਹੈਗਾ। ਤੇ ਕੁਝ ਸਿੰਘ ਸਭਾਵਾਂ ਗੁਰਦੁਆਰਿਆਂ ਦੇ ਵਿੱਚ ਵੀ ਸ਼ਨੀਵਾਰ ਨੂੰ ਕਾਲੇ ਮਾਂਹ ਤੇ ਛੋਲੇ ਤੇ ਸਾਰਾ ਕੁਝ ਚੜ੍ਹਦਾ ਸਾਨੂੰ ਮਿਲਦਾ ਹੈ। ਭਾਵ ਸ਼ਨੀ ਦੇਵਤੇ ਦਾ ਪ੍ਰਸ਼ਾਦ ਤੇ ਸ਼ਨੀ ਦੇਵਤੇ ਦੀ ਭੇਟਾ ਤੇ ਸ਼ਨੀ ਮੰਦਿਰ ਚ ਹੋਣੀ ਚਾਹੀਦੀ ਸੀ, ਪਰ ਉਲਟਾ ਇਹ ਸਾਰੀਆਂ ਚੀਜ਼ਾਂ ਗੁਰਦੁਆਰੇ ਚ ਆ ਗਈਆਂ। ਸਾਡੇ ਗੁਰਦੁਆਰਿਆਂ ਵਿੱਚ ਲੋਕ ਜਾ ਕੇ ਇਹ ਚੀਜ਼ਾਂ ਚੜਾਉਣ ਲੱਗ ਪਏ। ਖੈਰ, ਹੁਣ ਜਿਹੜਾ ਸ਼ਨੀ ਹੈ, ਸ਼ਨੀ ਇੱਕ ਬੜਾ ਕਰੂਰ ਜਿਹਾ ਗ੍ਰਹਿ ਮੰਨਿਆ ਗਿਆ। ਔਰ ਇੰਨਾ ਕਰੂਰ, ਇੰਨਾ ਜ਼ਾਲਮ ਗ੍ਰਹਿ ਮੰਨਿਆ ਗਿਆ ਕਿ ਜਦੋਂ ਕਿਸੇ ਤੇ ਨਾਰਾਜ਼ ਹੋ ਜਾਂਦਾ ਵੈ, ਇਹ ਰਾਜੇ ਨੂੰ ਕੰਗਾਲ ਕਰ ਦਿੰਦਾ ਹੈ। ਘਰ ਵਿੱਚ ਸਾਰੇ ਦੁੱਖ ਵਾੜ ਦਿੰਦਾ ਹੈ, ਸੋਗ ਵਾੜ ਦਿੰਦਾ ਹੈ, ਰੋਗ ਵਾੜ ਦਿੰਦਾ ਹੈ, ਘਰ ਵਿੱਚ ਉਜਾੜਾ ਪਾ ਦਿੰਦਾ ਵੈ। ਪਰ ਜੇਕਰ ਸ਼ਨੀ ਨੂੰ ਕੋਈ ਪ੍ਰਸੰਨ ਕਰ ਲਵੇ, ਖੁਸ਼ ਕਰ ਦੇਵੇ, ਉਹ ਕੰਗਾਲ ਨੂੰ ਬਾਦਸ਼ਾਹ ਬਣਾ ਦਿੰਦਾ ਹੈ।
ਆਮ ਬੰਦਾ ਤੇ ਸ਼ਨੀ ਦੇ ਨਾਮ ਤੋਂ ਹੀ ਡਰ ਜਾਂਦਾ ਹੈ, ਭੈਭੀਤ ਹੋ ਜਾਂਦਾ ਹੈ ਕਿ ਸ਼ਨੀਵਾਰ ਨੂੰ ਸਿਰ ਨਹੀਂ ਧੋਣਾ, ਮੈਲੇ ਕੁਚੈਲੇ ਬਣ ਕੇ ਰਹਿਣਾ, ਕਿਉਂਕਿ ਸ਼ਨੀ ਖੁਸ਼ ਹੋਏਗਾ, ਉਹ ਆਪ ਮੈਲਾ ਕੁਚੈਲਾ ਹੈ, ਉਹਦੇ ਜਿਹੜੇ ਭਗਤ ਵੀ ਮੈਲੇ ਕੁਚੈਲੇ ਹੋਣਗੇ ਤੇ ਖੁਸ਼ ਹੋਏਗਾ। ਇਸ ਕਰਕੇ ਸ਼ਨੀਵਾਰ ਨੂੰ ਸਿਰ ਨਹੀਂ ਧੋਣਾ, ਲੋਹਾ ਨਹੀਂ ਖਰੀਦਣਾ, ਲੋਹਾ ਦਾਨ ਕਰਨਾ ਹੈ, ਜਾਂ ਸ਼ਨੀਵਾਰ ਨੂੰ ਸਰੋਂ ਦਾ ਤੇਲ ਉਹ ਦਾਨ ਕਰਨਾ ਹੈ, ਜਾਂ ਸ਼ਨੀਵਾਰ ਨੂੰ ਸਰੋਂ ਦਾ ਤੇਲ ਜਿਹੜਾ ਹੈ ਉਹ ਚਮਚ ਭਰ ਕੇ ਜ਼ਮੀਨ ਤੇ ਰੋੜਨਾ ਹੈ। ਜਿਵੇਂ ਅੱਜ ਵੀ ਖੁਸ਼ੀਆਂ ਦੇ ਸਮੇਂ ਤੇ ਜਦੋਂ ਕੋਈ ਸਾਡੇ ਘਰ ਅੰਦਰ ਦਾਖਲ ਹੁੰਦਾ ਹੈ, ਕੁਝ ਥਾਵਾਂ ਤੇ ਜਿਵੇਂ ਵਿਆਹ ਦੇ ਵਿੱਚ ਬੱਚੇ ਬੱਚੀ ਨੇ ਘਰ ਦੇ ਅੰਦਰ ਦਾਖਲ ਹੋਣਾ ਹੈ, ਜਾਂ ਕੋਈ ਪ੍ਰਾਹੁਣੇ ਆਏ ਉਹਨਾਂ ਨੇ ਘਰ ਵੜਨਾ ਹੈ, ਤੇ ਆਲੇ ਦੁਆਲੇ ਉਹ ਤੇਲ ਡੋਲਿਆ ਜਾਂਦਾ ਜ਼ਮੀਨ ਤੇ, ਦਰਵਾਜ਼ੇ ਦੇ ਆਲੇ ਦੁਆਲੇ। ਉਹ ਡੋਲਣ ਦਾ ਮਤਲਬ ਵੀ ਸ਼ਨੀ ਖੁਸ਼ ਰਵੇ, ਕਿਤੇ ਸਾਡੇ ਘਰ ਖੁਸ਼ੀ ਆ ਰਹੀ ਹੈ, ਸ਼ਨੀ ਨਾਰਾਜ਼ ਨਾ ਹੋ ਜਾਏ ਤੇ ਖੁਸ਼ੀ ਸਾਡੀ ਗਲੀ ਚ ਨਾ ਬਦਲ ਜਾਏ। ਲੋਕ ਡਰੇ ਹੋਏ ਨੇ, ਇਸ ਕਰਕੇ ਫਿਰ ਉਹ ਕੀ ਕਰਦੇ ਨੇ, ਉਹ ਚਮਚਾ ਲੈ ਕੇ ਤੇਲ ਦਾ ਦੋਨੋਂ ਪਾਸੇ ਰੋੜ ਦਿੰਦੇ ਨੇ, ਥੋੜਾ ਥੋੜਾ ਤੇਲ ਰੋੜ ਦਿੰਦੇ ਨੇ ਜ਼ਮੀਨ ਤੇ। ਇਹ ਸ਼ਨੀ ਦਾ ਦਾਨ ਹੈਗਾ ਇਹ। ਉਸ ਤੋਂ ਇਲਾਵਾ ਸ਼ਨੀ ਦੀ ਪੂਜਾ ਕਰਨੀ, ਤਾਂ ਕਿ ਉਹ ਖੁਸ਼ ਹੋ ਜਾਵੇ ਤੇ ਸਾਨੂੰ ਖੁਸ਼ੀ ਤੇ ਸ਼ਾਂਤੀ ਦੇ ਦੇਵੇ। ਔਰ ਆਹ ਜਿਹੜੇ ਸਾਰੇ ਦਾਅਵੇ ਨੇ ਇਹ ਸਾਰੇ ਝੂਠੇ ਨੇ, ਨਿਰਮੂਲ ਨੇ। ਇਹ ਸਾਰੀਆਂ ਚੀਜ਼ਾਂ ਅੰਧ ਵਿਸ਼ਵਾਸ ਵਿੱਚੋਂ ਪੈਦਾ ਹੋਈਆਂ ਨੇ। ਸੁੱਖਾਂ ਦੁੱਖਾਂ ਦਾ ਕਾਰਨ ਜਿਹੜਾ ਉਹ ਸ਼ਨੀ ਨਹੀਂ ਹੈ ਕਿ ਸਾਡੀ ਜ਼ਿੰਦਗੀ 'ਚ ਦੁੱਖ ਆਏ ਨੇ ਤੇ ਸ਼ਨੀ ਨਾਰਾਜ਼ ਹੈ, ਜਦੋਂ ਖੁਸ਼ ਹੋ ਜਾਏਗਾ ਫਿਰ ਸੁੱਖ ਹੋ ਜਾਣਗੇ। ਨਹੀਂ, ਸਾਡੇ ਸੁੱਖ ਦੁੱਖ ਦਾ ਕਾਰਨ ਜਿਹੜਾ ਹੈ ਸਾਡੇ ਕਰਮ ਨੇ। ਜਿਹੋ ਜਿਹੇ ਸਾਡੇ ਕਰਮ ਨੇ ਉਹਨਾਂ ਦੇ ਮੁਤਾਬਕ ਅਸੀਂ ਸੁਖੀ ਹੋ ਜਾਂਦੇ ਹਾਂ ਜਾਂ ਅਸੀਂ ਦੁਖੀ ਹੋ ਜਾਂਦੇ ਹਾਂ। ਸਾਡੀ ਸੋਚ ਚੰਗੀ ਹੈ, ਸਾਡੀ ਬੋਲਬਾਣੀ ਮਿੱਠੀ ਹੈ, ਸਾਡਾ ਕਿਸੇ ਨਾਲ ਵਿਹਾਰ ਵਧੀਆ, ਅਸੀਂ ਸੁਖੀ ਰਵਾਂਗੇ, ਸ਼ਾਂਤ ਹੋਵਾਂਗੇ। ਜੇ ਸਾਡੀ ਬੋਲਬਾਣੀ ਮਾੜੀ ਹੈ, ਸੋਚ ਸਾਡੀ ਨੀਵੀਂ ਹੈ, ਜਾਂ ਸਾਡਾ ਕਿਸੇ ਨਾਲ ਵਿਹਾਰ ਘਟੀਆ ਹੈ, ਸਾਡੀ ਜ਼ਿੰਦਗੀ 'ਚ ਦੁੱਖ ਆ ਜਾਣਗੇ। ਸ਼ਨੀ ਕੀ ਹੈ? ਜਿਸ ਸ਼ਨੀ ਨੂੰ ਬੜਾ ਕਰੂਰ ਜ਼ਾਲਮ ਮੰਨਿਆ ਗਿਆ, ਜਦੋਂ ਅਸੀਂ ਸਾਇੰਸ ਦੀ ਦ੍ਰਿਸ਼ਟੀ ਤੋਂ ਦੇਖਦੇ ਹਾਂ ਤੇ ਸ਼ਨੀ ਵਰਗਾ ਮਹਾਨ ਕੋਈ ਗ੍ਰਹਿ ਨਹੀਂ ਹੈ। ਦੋ ਗ੍ਰਹਿ ਮਹਾਨ ਮੰਨੇ ਗਏ, ਇੱਕ ਜੁਪੀਟਰ ਬ੍ਰਹਿਸਪਤ ਜਿਹਦੀ ਅਸੀਂ ਪਿਛਲੇ ਮੰਗਲਵਾਰ ਵਿਚਾਰ ਕਰ ਗਏ, ਤੇ ਦੂਜਾ ਸ਼ਨੀ ਗ੍ਰਹਿ ਸੈਟਰਨ। ਇਹ ਦੋ ਗ੍ਰਹਿ ਜਿਹੜੇ ਸਾਡੇ ਮਿੱਤਰ ਨੇ, ਇਹ ਮਾੜੇ ਨਹੀਂ, ਬੜੇ ਚੰਗੇ ਨੇ। ਜੇ ਇਹ ਨਾ ਹੋਣ ਅਸੀਂ ਅੱਜ ਇੱਥੇ ਬੈਠੇ ਨਾ ਹੋਈਏ, ਜੇ ਅਸੀਂ ਕਲਾਸ ਨਾ ਲਾਉਂਦੇ ਹੋਈਏ। ਕਿਉਂ? ਜੁਪੀਟਰ ਤੇ ਸੈਟਰਨ, ਇਹ ਸ਼ਨੀ ਤੇ ਬ੍ਰਹਿਸਪਤ ਦੋ ਗ੍ਰਹਿ ਐਸੇ ਨੇ ਜਿਹੜੇ ਇੰਨੇ ਇੰਨੇ ਵੱਡੇ ਗ੍ਰਹਿ ਨੇ ਕਿ ਜਦੋਂ ਕੋਈ ਉਲਕਾ ਪਿੰਡ ਧਰਤੀ ਤੇ ਡਿੱਗਦਾ ਵੈ, ਧਰਤੀ ਨੂੰ ਸਾੜ ਕੇ ਸਵਾਹ ਕਰਨਾ ਚਾਹੁੰਦਾ ਹੈ, ਧਰਤੀ ਨੂੰ ਡਿਸਟਰੋਏ ਕਰਨਾ ਚਾਹੁੰਦਾ ਹੈ, ਜਦੋਂ ਕੋਈ ਉਲਕਾ ਪਿੰਡ, ਜਦੋਂ ਕੋਈ ਖੰਡ ਅਸਮਾਨ ਦੇ ਵਿੱਚੋਂ ਟੁੱਟ ਕੇ ਜ਼ਮੀਨ ਦੇ ਉੱਪਰ ਡਿੱਗਦਾ ਹੈ, ਇਹਨੂੰ ਖਤਮ ਕਰਨ ਵਾਸਤੇ ਧਰਤੀ ਨਾਲ ਵੀ ਵੱਡੇ ਵੱਡੇ ਉਲਕਾ ਪਿੰਡ, ਕਿ ਧਰਤੀ ਉਹਦੇ ਸਾਹਮਣੇ ਬਹੁਤ ਛੋਟੀ ਜਿਹੀ ਮਹਿਸੂਸ ਹੋਵੇ, ਤੇ ਜੁਪੀਟਰ ਤੇ ਸੈਟਰਨ ਕੀ ਕਰਦੇ ਨੇ? ਉਹਨਾਂ ਉਲਕਾ ਪਿੰਡਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਨੇ। ਉਹਨਾਂ ਦੀ ਗ੍ਰੈਵਿਟੀ ਇੰਨੀ ਜ਼ਿਆਦਾ ਹੈ, ਉਹਨਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਨੇ, ਤੇ ਉਹ ਸਾਰੇ ਉਲਕਾ ਪਿੰਡ ਜਿਹੜੇ ਨੇ ਬ੍ਰਹਿਸਪਤ ਦੇ ਉੱਪਰ ਜਾਂ ਸ਼ਨੀ ਦੇ ਉੱਪਰ ਡਿੱਗ ਕੇ ਖਤਮ ਹੋ ਜਾਂਦੇ ਨੇ। ਸਾਡੀ ਧਰਤੀ ਬਚ ਜਾਂਦੀ ਹੈ। ਏਦਾਂ ਇੱਕ ਵਾਰ ਨਹੀਂ, ਅਨੇਕਾਂ ਵਾਰ ਹੋ ਚੁੱਕਿਆ ਹੈਗਾ। ਏਦਾਂ ਕਹਿ ਲਓ ਸਾਡੀ ਧਰਤੀ ਦੇ ਬਾਡੀਗਾਰਡ ਨੇ ਇਹ ਦੋ ਜਣੇ, ਬ੍ਰਹਿਸਪਤ ਤੇ ਸ਼ਨੀ ਸਾਡੀ ਧਰਤੀ ਤੇ ਬਾਡੀਗਾਰਡ ਨੇ। ਕੋਈ ਵੀ ਬ੍ਰਹਿਮੰਡ ਦੇ ਵਿੱਚੋਂ ਉਲਕਾ ਪਿੰਡ, ਕੋਈ ਵੀ ਆਕਾਸ਼ੀ ਪਿੰਡ ਜਦੋਂ ਡਿੱਗਦਾ ਹੈ, ਜਿਹੜਾ ਧਰਤੀ ਵੱਲ ਤੁਰਿਆ ਆ ਰਿਹਾ, ਧਰਤੀ ਨੂੰ ਖਤਮ ਕਰਨਾ ਚਾਹੁੰਦਾ ਹੈ, ਇਹ ਦੋਨੋਂ ਗ੍ਰਹਿ ਆਪਣੇ ਵੱਲੋਂ ਨੂੰ ਖਿੱਚ ਕੇ ਆਪਣੇ ਉੱਪਰ ਸੁੱਟ ਲੈਂਦੇ ਨੇ ਤੇ ਉਹ ਖਤਮ ਹੋ ਜਾਂਦਾ ਹੈ। ਤੇ ਇਹ ਜਿਹੜੇ ਕਿੰਨੇ ਕੁ ਵੱਡੇ ਨੇ, ਸ਼ਨੀ ਕਿੰਨਾ ਕੁ ਵੱਡਾ ਹੈ ਜਿਹੜਾ ਧਰਤੀ ਤੇ ਡਿੱਗਣ ਵਾਲੀ ਚੀਜ਼ ਨੂੰ ਆਪਣੇ ਤੇ ਖਿੱਚ ਲੈਂਦਾ ਹੈ। ਸ਼ਨੀ ਨੇ ਇੰਨੀ ਜਗ੍ਹਾ ਘੇਰੀ ਹੋਈ ਹੈ ਕਿ ਸਾਡੀ ਜਿਹੜੀ ਧਰਤੀ ਹੈ ਨਾ, ਇਹਦੇ ਨਾਲ ਦੀ ਇੱਕ ਹੋਰ ਧਰਤੀ ਆ ਜਾਵੇ, ਫਿਰ ਇੱਕ ਹੋਰ ਆ ਜਾਏ, ਫਿਰ ਇੱਕ ਹੋਰ ਆ ਜਾਏ, ਫਿਰ ਇੱਕ ਹੋਰ ਆ ਜਾਏ, ਕਿੰਨੀਆਂ ਕੁ 763 ਧਰਤੀਆਂ ਆ ਜਾਣ, ਇੰਨੀ ਜਗ੍ਹਾ ਘੇਰੀ ਹੋਈ। ਭਾਵ ਸਾਡੀਆਂ 763 ਧਰਤੀਆਂ ਸ਼ਨੀ ਦੇ ਵਿੱਚ ਸਮਾ ਸਕਦੀਆਂ ਨੇ। ਇੰਨਾ ਵੱਡਾ ਗ੍ਰਹਿ ਹੈ। ਤੇ ਇਹਦੀ ਦੂਰੀ ਜਿਹੜੀ ਹੈ ਉਹ ਸੂਰਜ ਤੋਂ 1 ਅਰਬ 42 ਕਰੋੜ 66 ਲੱਖ 66 ਹਜ਼ਾਰ 422 ਕਿਲੋਮੀਟਰ ਦੂਰ ਹੈ ਸੂਰਜ ਤੋਂ। ਸਾਡੀ ਧਰਤੀ ਤੋਂ ਸੂਰਜ 15 ਕਰੋੜ ਕਿਲੋਮੀਟਰ ਦੂਰ ਹੈ, ਪਰ ਜਿਹੜਾ ਸ਼ਨੀ ਹੈ ਉਹ ਸੂਰਜ ਤੋਂ 1 ਅਰਬ 42 ਕਰੋੜ 66 ਲੱਖ 66 ਹਜ਼ਾਰ 422 ਕਿਲੋਮੀਟਰ ਦੂਰ ਹੈਗਾ। ਤੇ ਸ਼ਨੀ ਦਾ ਜਿਹੜਾ 1 ਸਾਲ ਹੈ ਨਾ, ਉਹ ਧਰਤੀ ਦੇ 29.5 ਸਾਲਾਂ ਦੇ ਬਰਾਬਰ ਹੈ। ਤੇ ਸ਼ਨੀ ਦਾ ਇੱਕ ਦਿਨ ਜਿਹੜਾ ਹੈਗਾ ਉਹ ਸਿਰਫ 10 ਘੰਟੇ ਤੇ 34 ਮਿੰਟ ਦਾ ਹੈ। ਏਡਾ ਵੱਡਾ ਗ੍ਰਹਿ
ਸਿਰਫ 10 ਮਿੰਟ 34 ਸੈਕਿੰਡ 10 ਘੰਟੇ 34 ਮਿੰਟ ਦੇ ਵਿੱਚ ਆਪਣਾ ਚੱਕਰ ਪੂਰਾ ਕਰ ਲੈਂਦਾ ਹੈ। ਸ਼ਨੀ ਦਾ ਜ਼ਿਕਰ ਜਿਹੜਾ ਹੋਰ ਅਨੇਕਾਂ ਪ੍ਰਾਚੀਨ ਸਭਿਅਤਾਵਾਂ ਦੇ ਵਿੱਚ ਮਿਲਦਾ ਹੈਗਾ, ਪਰ ਸਭ ਤੋਂ ਪਹਿਲਾਂ ਸ਼ਨੀ ਨੂੰ ਕਿਹਨੇ ਦੇਖਿਆ? ਜੇ ਕਹਿੰਦੇ ਨੇ ਬੜਾ ਕਰੂਰ ਗ੍ਰਹਿ ਹੈ, ਜਿਹਦੇ ਦ੍ਰਿਸ਼ਟੀ ਪਾ ਦੇਵੇ ਉਹਦਾ ਕੱਖ ਨਹੀਂ ਰਹਿੰਦਾ, ਪਰ ਜਿਹਨੇ ਸਭ ਤੋਂ ਪਹਿਲਾਂ ਦੇਖਿਆ ਉਸ ਦੁਨੀਆ ਦਾ ਮਹਾਨ ਸਾਇੰਟਿਸਟ ਹੋ ਨਿਬੜਿਆ, ਮਹਾਨ ਨਿਬੜਿਆ। ਉਹ ਕੌਣ ਹੈ? ਜਿਹਨੇ ਸਭ ਤੋਂ ਪਹਿਲਾਂ ਸ਼ਨੀ ਨੂੰ ਦੇਖਿਆ ਉਹ ਸੀ ਸਨ 1610 ਦੇ ਵਿੱਚ ਦੂਰਬੀਨ ਦੇ ਰਾਹੀਂ ਦੇਖਣ ਵਾਲਾ ਗੈਲੀਲੀਓ। ਗੈਲੀਲੀਓ ਨੇ ਸਭ ਤੋਂ ਪਹਿਲਾਂ ਸ਼ਨੀ ਗ੍ਰਹਿ ਨੂੰ ਆਪਣੀ ਦੂਰਬੀਨ ਨਾਲ ਦੇਖਿਆ ਸੀ। ਇਹ ਜਿਹੜਾ ਸ਼ਨੀ ਗ੍ਰਹਿ ਹੈਗਾ, ਭੂਮੱਧ ਰੇਖਾ ਦੀ ਇਹਦੇ ਉੱਪਰਲੇ ਪਾਸੇ ਨੂੰ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਉਹਨਾਂ ਦੀ ਸਪੀਡ ਕਿੰਨੀ ਹੈ? ਉਹਨਾਂ ਦੀ ਸਪੀਡ ਕੋਈ 150 ਕਿਲੋਮੀਟਰ ਪਰ ਆਵਰ ਨਹੀਂ ਹੈ, ਜਾਂ 200-300 ਨਹੀਂ, 1800 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਜਿਹੜੀਆਂ ਨੇ ਉਹ ਸ਼ਨੀ ਗ੍ਰਹਿ ਉੱਪਰ ਚੱਲਦੀਆਂ ਨੇ। ਹੁਣ ਤੱਕ ਸ਼ਨੀ ਗ੍ਰਹਿ ਤੇ 4 ਮਿਸ਼ਨ ਭੇਜੇ ਜਾ ਚੁੱਕੇ ਨੇ। ਪਹਿਲਾ ਹੈ ਪਾਇਓਨੀਅਰ 11, ਦੂਜਾ ਹੈ ਵਾਈਜ਼ਰ 1, ਤੀਜਾ ਹੈ ਵਾਈਜ਼ਰ 2, ਚੌਥਾ ਹੈ ਕਾਸੀਨੀ। ਇਹ 4 ਹੁਣ ਤੱਕ ਭੇਜੇ ਜਾ ਚੁੱਕੇ ਨੇ। ਤੇ ਅੱਜ ਕਾਫੀ ਡਿਸਟਰਬੈਂਸ ਹੋ ਰਹੀ ਹੈ ਆਪਣੇ ਨਾ, ਬਾਰ-ਬਾਰ ਕੋਈ ਨਾ ਕੋਈ ਚੋਣ ਕਰ ਦਿੰਦਾ ਤੇ ਕਾਫੀ ਡਿਸਟਰਬੈਂਸ ਹੋ ਰਹੀ ਹੈ, ਤੇ ਮੈਂ ਬੇਨਤੀ ਕਰਾਂ ਵੀ ਸਭ ਨੂੰ ਮਿਊਟ ਕਰ ਦਿੱਤਾ ਜਾਏ। ਆਪ ਜੀ ਆਪਣੇ ਨੂੰ ਮਿਊਟ ਕਰ ਲਓ। ਯਾਨੀ ਜੀ 1 ਮਿੰਟ ਤੁਸੀਂ ਰਿਕਾਰਡਿੰਗ ਸਟਾਪ ਕਰਵਾਉਣਾ। ਹਾਂਜੀ, ਹੁਣ ਇਹ ਜਿਹੜਾ ਸ਼ਨੀ ਹੈਗਾ, ਅਸਲ 'ਚ ਇਹ ਸਾਡੇ ਦੁੱਖਾਂ ਸੁੱਖਾਂ ਦਾ ਕਾਰਨ ਨਹੀਂ ਹੈਗਾ। ਸਾਡੇ ਦੁੱਖ ਸੁੱਖ ਦਾ ਕਾਰਨ ਸਾਡੇ ਕਰਮ ਹੈਗੇ ਨੇ। ਜਿੱਦਾਂ ਦੀ ਅਸੀਂ ਜ਼ਿੰਦਗੀ ਜੀਂਦੇ ਹੈਗੇ ਆ, ਤੇ ਉਹ ਜ਼ਿੰਦਗੀ 'ਚ ਜਿਹੋ ਜਿਹੇ ਸਾਡੇ ਅੰਦਰ ਗੁਣ ਵਿਹਾਰ ਆਚਾਰਨ ਹੁੰਦਾ ਹੈ, ਉਹੋ ਜਿਹੀ ਸਾਡੀ ਜ਼ਿੰਦਗੀ 'ਚ ਸੁੱਖ ਜਾਂ ਦੁੱਖ ਪੈਦਾ ਹੁੰਦੇ ਨੇ। ਸ਼ਨੀ ਨੂੰ ਤੇਲ ਦੇਣ ਦੇ ਨਾਲ, ਕਾਲੇ ਛੋਲੇ ਚੜਾਉਣ ਨਾਲ, ਮਾਂ ਚੜਾਉਣ ਨਾਲ, ਉਹਦੀ ਪੂਜਾ ਕਰਨ ਨਾਲ ਸੁੱਖ ਸ਼ਾਂਤੀ ਨਹੀਂ ਆਉਂਦੀ। ਸੁੱਖ ਸ਼ਾਂਤੀ ਆਉਂਦੀ ਹੈ ਗੁਣਾਂ ਦੇ ਨਾਲ। ਉਹ ਕਿਵੇਂ? ਇਹ ਇੱਕ ਸਿਰਫ ਗ੍ਰਹਿ ਹੈਗਾ ਵੈ, ਔਰ ਐਸਾ ਗ੍ਰਹਿ ਹੈ ਜਿਹੜਾ ਸਾਡੀ ਧਰਤੀ ਦਾ ਸਭ ਤੋਂ ਪਹਿਲਾਂ ਤੇ ਬੋਡੀਗਾਰਡ ਹੈ। ਦੂਜੀ ਗੱਲ, ਇਹ ਧਰਤੀ ਦੀ ਤਰ੍ਹਾਂ ਬੜਾ ਖੂਬਸੂਰਤ ਗ੍ਰਹਿ ਹੈ। ਤੇ ਤੀਜੀ ਗੱਲ, ਸ਼ਨੀ ਦੇ ਦੁਆਲੇ 3 ਛੱਲੇ ਨੇ। ਇਹ ਜਿਹੜੇ ਛੱਲੇ ਨੇ, ਇੱਕ ਕੀ ਇਹਨਾਂ ਦੇ ਵਿੱਚ ਗੈਸਾਂ ਨੇ, ਧੂੜ ਕਣ ਹੈ, ਤੇ ਪੱਥਰ ਦੇ ਗੀਟੇ ਨੇ ਜਿਹੜੇ ਤੇਜ਼ੀ ਨਾਲ ਆਲੇ-ਦੁਆਲੇ ਘੁੰਮ ਰਹੇ ਨੇ। ਜਿਵੇਂ ਸਾਡੀ ਧਰਤੀ ਦਾ ਇੱਕ ਚੰਦਰਮਾ ਹੈਗਾ, ਸ਼ਨੀ ਦੇ 20 ਚੰਦਰਮਾ ਮੰਨੇ ਗਏ ਨੇ। 1921 ਦੇ ਵਿੱਚ ਸ਼ਨੀ ਜਦੋਂ ਘੁੰਮ ਰਿਹਾ ਸੀਗਾ, ਤੇ ਘੁੰਮਦਿਆਂ ਘੁੰਮਦਿਆਂ ਸ਼ਨੀ ਨੇ ਆਪਣੀ ਸਾਲਾਨਾ ਗਤੀ ਜਿਹੜੀ ਕਰ ਰਿਹਾ ਸੀ, ਆਪਣਾ ਮੂੰਹ ਧਰਤੀ ਵੱਲੋਂ ਉਲਟੇ ਪਾਸੇ ਕਰ ਲਿਆ। ਜਦੋਂ ਉਲਟੇ ਪਾਸੇ ਕਰਨ ਦੀ ਦੇਰ, ਜਿੰਨੇ ਯੂਰਪ ਦੇ ਪੁਜਾਰੀ ਸੀ ਉਹਨਾਂ ਨੇ ਹਾਲ ਦਵਾਈ ਪਾ ਦਿੱਤੀ ਕਿ ਹੁਣ ਰੱਬ ਨੂੰ ਯਾਦ ਕਰ ਲਓ, ਪਰਲੋ ਦਾ ਸਮਾਂ ਆ ਗਿਆ, ਹੁਣ ਸਾਡੇ ਚੋਂ ਕਿਸੇ ਨੇ ਨਹੀਂ ਬਚਣਾ। 1921 ਦੀ ਗੱਲ ਹੈ ਕਿ ਹੁਣ ਸ਼ਨੀ ਨੇ ਆਪਣਾ ਮੂੰਹ ਘੁਮਾ ਲਿਆ, ਹੁਣ ਪਰਲੋ ਆ ਗਈ ਹੈ, ਹੁਣ ਰੱਬ ਨੂੰ ਯਾਦ ਕਰ ਲਓ, ਹੁਣ ਕਿਸੇ ਨੇ ਨਹੀਂ, ਸਾਡੇ ਚੋਂ ਕਿਸੇ ਨੇ ਨਹੀਂ ਬਚਣਾ। ਔਰ ਸੱਚਮੁੱਚ ਉਹ ਜਿਨ੍ਹਾਂ ਨੇ ਦਵਾਈ ਪਾਈ ਸੀ, ਜਿਨ੍ਹਾਂ ਨੇ ਕਿਹਾ ਸੀ ਨਾ ਸਾਡੇ ਚੋਂ ਕਿਸੇ ਨੇ ਨਹੀਂ ਬਚਣਾ, ਉਹਨਾਂ ਚੋਂ ਅੱਜ ਕੋਈ ਵੀ ਨਹੀਂ ਬਚਿਆ ਹੋਇਆ, ਸਾਰੇ ਖਤਮ ਹੋ ਗਏ। ਪਰ ਅਸਲੀਅਤ ਇਹ ਹੈ ਵੀ ਐਸਾ ਉਦੋਂ ਕੁਝ ਵੀ ਨਹੀਂ ਸੀ ਵਾਪਰਿਆ। ਬਿਲਕੁਲ ਨੋਰਮਲ ਹੀ ਦੁਨੀਆ ਚੱਲਦੀ ਰਹੀ। ਭਾਵ ਇਹੋ ਜਿਹੇ ਸੋਚੇ ਛੱਡ ਕੇ ਆਮ ਤੌਰ ਤੇ ਮਨੁੱਖ ਨੂੰ ਡਰਾਇਆ ਜਾਂਦਾ ਰਿਹਾ ਕਿ ਜੀ ਹੁਣ ਫਲਾਣਾ ਗ੍ਰਹਿ ਉਲਟ ਪਾਸੇ ਆ ਗਿਆ, ਉਹ ਫਲਾਣੀ ਗ੍ਰਹਿ ਕੁੰਡਲੀ 'ਚ ਚਲਾ ਗਿਆ, ਹੁਣ ਆਹ ਦੁਨੀਆ ਤੇ ਹੋ ਜਾਏਗਾ, ਪਰਲੋ ਆ ਜਾਏਗੀ, ਦੁਨੀਆ ਖਤਮ ਹੋ ਜਾਏਗੀ। ਮੈਨੂੰ ਹੀ ਕਿੰਨੇ ਸਾਲ ਸੁਣਦੇ ਹੋ ਗਏ ਨੇ ਵੀ ਇੰਨੀ ਤਰੀਕ ਨੂੰ ਦੁਨੀਆ ਮੁੱਕ ਜਾਣੀ ਹੈ, ਇੰਨੀ ਤਰੀਕ ਨੂੰ ਦੁਨੀਆ ਮੁੱਕ ਜਾਣੀ ਹੈ। ਉਹ ਤਰੀਕ ਲੰਘ ਜਾਂਦੀ ਹੈ, ਦੁਨੀਆ ਮੁੱਕਦੀ ਨਹੀਂ। ਬਾਅਦ ਚੋਂ ਪਤਾ ਕੀ ਕਿਹਾ ਜਾਂਦਾ ਹੈ? ਸਾਡੇ ਜੀ ਪੁਜਾਰੀਆਂ ਨੇ ਇੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ, ਉਹ ਪਰਲੋ ਟਾਲ ਦਿੱਤੀ। ਮੰਨ ਲਓ ਜਿਵੇਂ ਗ੍ਰਹਿ ਇਹਨਾਂ ਦੀ ਜੇਬ 'ਚ ਪਏ ਹੁੰਦੇ ਨੇ, ਜਿੱਦਣ ਮਰਜ਼ੀ ਚੁੱਕ ਕੇ ਇੱਧਰ ਜੇਬ 'ਚੋਂ ਕੱਢ ਕੇ ਦੂਜੀ ਜੇਬ 'ਚ ਪਾ ਦੇ, ਉਹਨਾਂ ਦੀ ਗ੍ਰਹਿ ਦਸ਼ਾ ਬਦਲ ਦਿੱਤੀ। ਇਸ ਤਰ੍ਹਾਂ ਸਾਡੇ ਨਾਲ ਮਜ਼ਾਕ ਕੀਤਾ ਜਾਂਦਾ ਹੈ ਹਮੇਸ਼ਾ। ਖੈਰ, ਹੁਣ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਜਿਹਨੇ ਆਪਣੇ ਸ਼ਨੀ ਨੂੰ ਸਵਾਰਨਾ ਉਹ ਕੀ ਕਰੇ? ਸਭ ਤੋਂ ਪਹਿਲਾਂ ਥਾਵਰ ਥਿਰ ਕਰ ਰੱਖੈ ਸੋਏ। ਥਾਵਰ ਮੈਨੇ ਸ਼ਨੀਚਰਵਾਰ ਨੂੰ, ਥਿਰ ਕਰ ਮੈਨੇ ਟਿਕਾਵਾਂ ਕਰੇ, ਟਿਕਵਾਂ ਕਰੇ, ਟਿਕਾ ਕੇ ਰੱਖੇ। ਸੋਏ, ਸੋਏ ਮੈਨੇ ਉਸ ਪ੍ਰਭੂ ਨੂੰ ਆਪਣੇ ਹਿਰਦੇ 'ਚ ਟਿਕਾ ਕੇ ਰੱਖੇ। ਉਹ ਜਿਹੜੀ ਪ੍ਰਭੂ ਸੋਹਣੀ ਜੋਤ ਹੈ, ਉਹ ਕਿਹਨੂੰ ਟਿਕਾ ਕੇ ਰੱਖੇ ਹਿਰਦੇ 'ਚ? ਜੋਤ ਦੀਵਟੀ ਘਟ ਮੈਂ ਜੋਏ। ਆਮ ਤੌਰ ਤੇ ਦਾ ਪਾਠ ਕੀਤਾ ਜਾਂਦਾ ਹੈ, ਜੋਤ ਦੀ ਵੱਟੀ ਘਟ ਮੈਂ ਜੋਏ। ਜੋਤ ਦੀ ਵੱਟੀ ਨਹੀਂ, ਜੋਤ ਦੀ ਵੱਟੀ ਤਾਂ ਹੋ ਗਈ ਰੂਹ ਦੀ ਵੱਟੀ ਜਿਹੜੀ ਜੋਤ 'ਚ ਹੁੰਦੀ ਹੈ,
ਤੇ ਵੱਟੀ ਨੂੰ ਕੋਈ ਹਿਰਦੇ 'ਚ ਸਾਂਭ ਕੇ ਰੱਖੇ। ਉਹ ਵੱਟੀ ਨੂੰ, ਰੂਹ ਦੀ ਵੱਟੀ ਤੋਂ ਅਸੀਂ ਕੀ ਲੈਣਾ ਹੈਗਾ? ਇੱਥੇ ਪਾਠ ਦੀ ਵੱਟੀ ਨਹੀਂ ਹੈਗਾ, ਦੀਵਟੀ। ਦੀਵਟੀ ਦੋ ਸ਼ਬਦਾਂ ਦੀ ਸੰਧੀ ਹੈਗੀ ਹੈ, ਦੀਵਾ ਵੱਟੀ। ਦੀਵਾ ਵੱਟੀ ਦਾ ਨਾਮ ਦੀਵਟੀ ਪੈ ਗਿਆ। ਤੇ ਕੁਝ ਵਿਦਵਾਨ ਮੰਨਦੇ ਨੇ ਵੀ ਦੀਵਟੀ ਦਾ ਮਤਲਬ ਹੈ ਨਿੱਕਾ ਜਿਹਾ ਸੋਹਣਾ ਜਿਹਾ ਦੀਵਾ, ਦੀਵਟੀ। ਜੋਤ ਦੀਵਟੀ ਘਟ ਮੈਂ ਜੋਏ, ਸੋਹਣਾ ਜਿਹਾ ਨਿੱਕਾ ਜਿਹਾ ਦੀਵਾ। ਘਟ ਮੈਂ, ਘਟ ਮੈਂ ਮੈਨੇ ਹਿਰਦੇ ਦੇ ਵਿੱਚ, ਜੋਏ ਮੈਨੇ ਜਿਹੜਾ ਹੈ, ਜਿਹੜਾ ਆ ਹਿਰਦੇ ਵਿੱਚ ਜੋਤ ਹੈ ਨਾ, ਇਹਨੂੰ ਆਪਣੇ ਥਿਰ ਕਰਕੇ ਰੱਖੇ। ਪ੍ਰਭੂ ਦੀ ਜੋਤ ਨੂੰ ਆਪਣੇ ਅੰਦਰ ਟਿਕਾ ਕੇ ਰੱਖੇ। ਭਾਵ ਪ੍ਰਭੂ ਦਾ ਜਿਹੜਾ ਜੀਵਨ ਹੈ ਉਹਦੇ ਨਾਲ ਸਾਂਝ ਪਾ ਕੇ ਰੱਖੇ। ਉਹਦੀ ਜੋਤ ਜਿਹੜੀ ਹਰੇਕ ਹਿਰਦੇ ਵਿੱਚ ਹੈ, ਸਾਰੇ ਹਿਰਦਿਆਂ ਚ ਰੱਬੀ ਨੂਰ ਦੀ ਸੋਹਣੀ ਜੋਤ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਜਿਹੜਾ ਪ੍ਰਭੂ ਦਾ ਨੂਰ ਹੈ, ਉਸ ਨੂਰ ਨੂੰ ਹਿਰਦੇ ਚ ਵਸਾ ਕੇ ਰੱਖੇ ਤੇ ਉਸ ਨੂਰ ਨੂੰ ਸਾਰਿਆਂ ਵਿੱਚੋਂ ਦੇਖੇ ਕਿ ਸਾਰਿਆਂ ਵਿੱਚ ਰੱਬ ਦਾ ਹੀ ਨੂਰ ਹੈ। ਹੁਣ ਇਹਦਾ ਦੂਜਾ ਅਰਥ, ਇਹਦਾ ਭਾਵ ਅਰਥ ਕੀ ਬਣਿਆ? ਇਹਦਾ ਭਾਵ ਅਰਥ ਬਣਿਆ ਕਿ ਜਿਹੜਾ ਪ੍ਰਭੂ ਜੋਤ ਰੂਪ ਹੋ ਕੇ ਸਾਰਿਆਂ ਚ ਬਿਰਾਜਮਾਨ ਹੈ, ਉਹਨਾਂ ਸਾਰਿਆਂ ਦੀ ਸੰਭਾਲ ਕਰੇ, ਉਹਨਾਂ ਸਾਰਿਆਂ ਨੂੰ ਸਤਿਕਾਰ ਦੇਵੇ, ਉਹਨਾਂ ਸਾਰਿਆਂ ਨਾਲ ਵਧੀਆ ਰੱਬ ਵਰਗਾ ਵਿਹਾਰ ਕਰੇ। ਕਿਉਂਕਿ ਸਾਰਿਆਂ ਵਿੱਚ ਹੀ ਉਹ ਜੋਤ ਫੈਲੀ ਹੋਈ ਹੈ, ਸਮਾਈ ਹੋਈ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ ਹੋਏ। ਉਸ ਪ੍ਰਭੂ ਦੀ ਜੋਤ ਸਾਰਿਆਂ ਚ ਸਮਾਈ ਹੋਈ ਹੈ। ਤੇ ਉਹ ਜੋਤ ਮਿਲੇਗੀ ਕਿਵੇਂ? ਗੁਰੂ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੇ ਨਾਲ। ਕੋਈ ਗੁਰੂ ਦੀ ਸਿੱਖਿਆ ਲਵੇ, ਸਾਖੀ ਮੈਨੇ ਸਿੱਖਿਆ, ਗੁਰੂ ਦੀ ਸਿੱਖਿਆ ਕੋਈ ਲਏਗਾ ਤੇ ਗੁਰੂ ਸਿੱਖਿਆ ਕਰਕੇ ਦੱਸੇਗਾ, ਉਹ ਸਾਰਿਆਂ ਵਿੱਚ ਹੈ। ਤੇ ਉਹ ਸਾਰਿਆਂ ਵਿੱਚ ਜੋਤ ਸਾਨੂੰ ਪ੍ਰਗਟ ਨਜ਼ਰ ਆਏਗੀ ਕਿ ਹਰ ਇੱਕ ਦੇ ਵਿੱਚ ਤੇ ਰੱਬ ਹੈ। ਇੱਥੇ ਕੋਈ ਮਿੱਤਰ ਦੁਸ਼ਮਣ ਨਹੀਂ ਹੈ, ਕੋਈ ਆਪਣਾ ਬੇਗਾਨਾ ਨਹੀਂ ਹੈ, ਕੋਈ ਊਚ ਨੀਚ ਨਹੀਂ ਹੈ। ਸਾਰੇ ਹੀ ਰੱਬ ਦਾ ਰੂਪ ਨੇ। ਥਾਵਰ ਥਿਰ ਕਰ ਰੱਖੈ ਸੋਏ, ਜੋਤ ਦੀਵਟੀ ਘਟ ਮੈਂ ਜੋਏ। ਉਹ ਸੋਹਣਾ ਜਿਹਾ ਨਿੱਕਾ ਜਿਹਾ ਦੀਵਾ, ਉਹ ਸੋਹਣੀ ਜੀ ਪ੍ਰਭੂ ਦੀ ਜੋਤ ਜਿਹੜੀ ਸਾਰਿਆਂ ਹਿਰਦਿਆਂ ਚ ਸਮਾਈ ਹੋਈ ਹੈ, ਉਸ ਜੋਤ ਨਾਲ ਸਾਂਝ ਪਾ ਕੇ ਰੱਖੇ। ਉਸ ਜੋਤ ਨੂੰ ਸਮਝੇ ਕਿ ਮੇਰੇ ਅੰਦਰ ਤੇ ਰੱਬ ਹੈ। ਤੇ ਜੇ ਮੇਰੇ ਅੰਦਰ ਰੱਬ ਬੈਠਾ ਹੋਇਆ ਤੇ ਭਲਾ ਇੱਕ ਛੋਟਾ ਜਿਹਾ ਗ੍ਰਹਿ ਮੇਰਾ ਕੀ ਵਿਗਾੜ ਸਕਦਾ ਹੈ? ਜੇ ਇੱਕ ਛੋਟਾ ਜਿਹਾ ਗ੍ਰਹਿ ਸ਼ਨੀ ਮੇਰਾ ਕੀ ਵਿਗਾੜ ਸਕਦਾ? ਜੇ ਪ੍ਰਭੂ ਦੀ ਜੋਤ ਹੀ ਮੇਰੇ ਅੰਦਰ ਹੈ ਤੇ ਪ੍ਰਭੂ ਤੇ ਇਹੋ ਜਿਹੀ ਅਰਬਾਂ ਖਰਬਾਂ ਕਰੋੜਾਂ ਹੀ ਗ੍ਰਹਿ ਨੂੰ ਚਲਾ ਰਿਹਾ। ਤੇ ਇਹ ਤੇ ਸ਼ਨੀ ਜਿਹੜਾ ਹੈ, ਇਹਦੇ ਤੋਂ ਵੀ ਹਜ਼ਾਰਾਂ ਗੁਣਾ ਵੱਡੇ ਵੱਡੇ ਗ੍ਰਹਿ ਨੇ। ਜਿਹੜਾ ਸਾਡਾ ਸੂਰਜ ਆ, ਨਾ ਸੂਰਜਾਂ ਤੋਂ ਵੀ ਲੱਖਾਂ ਗੁਣਾ ਹੋਰ ਵੱਡੇ ਸੂਰਜ ਨੇ। ਜਿਹੜਾ ਆਸਮਾਨ ਦੇ ਵਿੱਚ ਏਡੇ ਏਡੇ ਵੱਡੇ ਸੂਰਜਾਂ ਨੂੰ ਚਲਾ ਰਿਹਾ ਹੈ, ਗ੍ਰਹਿਆਂ ਨੂੰ ਚਲਾ ਰਿਹਾ ਹੈ, ਉਪਗ੍ਰਹਿ ਨੂੰ ਚਲਾ ਰਿਹਾ ਹੈ, ਕਿ ਉਹ ਮੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ? ਉਹ ਮੇਰੀ ਰਾਖੀ ਨਹੀਂ ਕਰੇਗਾ? ਮੈਂ ਇੱਕ ਸ਼ਨੀ ਗ੍ਰਹਿ ਤੋਂ ਪੱਥਰ ਤੋਂ ਡਰ ਰਿਹਾ, ਉਸ ਜ਼ਮੀਨ ਤੋਂ ਡਰ ਰਿਹਾ ਵਾਂ। ਤੇ ਜਿਸ ਪ੍ਰਭੂ ਨੇ ਉਹ ਬਣਾਈ, ਉਹ ਮੇਰੇ ਅੰਦਰ ਬੈਠਾ ਹੋਇਆ, ਫਿਰ ਮੈਂ ਉਹਦੇ ਤੋਂ ਕਿਉਂ ਡਰਾਂ? ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ। ਇਹੋ ਜਿਹੇ ਪਤਾ ਨਹੀਂ ਕਿੰਨੇ ਉਹਨੇ ਸ਼ਨੀ ਬਣਾਏ ਨੇ, ਕਿੰਨੇ ਉਹਨੇ ਬ੍ਰਹਸਪਤ ਬਣਾਏ ਨੇ। ਇਹੋ ਜਿਹੇ ਪਤਾ ਨਹੀਂ ਕਿੰਨੇ ਸੂਰਜ ਤੇ ਸੂਰਜ ਮੰਡਲ ਬਣਾਏ ਨੇ। ਅਰਬਾਂ ਖਰਬਾਂ ਜਿਹੜੇ ਸੂਰਜ ਮੰਡਲ ਨੇ, ਉਹਨਾਂ ਸਾਰਿਆਂ ਨੂੰ ਬਣਾ ਕੇ ਚਲਾਉਣ ਵਾਲਾ ਪ੍ਰਭੂ ਜੇ ਮੇਰੇ ਅੰਦਰ ਬੈਠਾ ਹੈ, ਫਿਰ ਮੈਂ ਥਿਰ ਹੋ ਜਾਵਾਂ, ਟਿਕ ਜਾਵਾਂ, ਫਿਰ ਆ ਸ਼ਨੀ ਮੇਰਾ ਕੁਝ ਨਹੀਂ ਵਿਗਾੜ ਸਕਦਾ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਉਹ ਤੇ ਕਰੋੜਾਂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ। ਇੱਕ ਬ੍ਰਹਮੰਡ ਵਿੱਚ ਹੀ ਅਰਬਾਂ ਅਰਬਾਂ ਸੂਰਜ ਮੰਡਲ ਨੇ, ਤੇ ਇੱਕ ਸੂਰਜ ਮੰਡਲ ਵਿੱਚ ਕਿੰਨੇ ਕਿੰਨੇ ਗ੍ਰਹਿ ਨੇ, ਅੱਗੋਂ ਉਹਨਾਂ ਦੇ ਕਿੰਨੇ ਕਿੰਨੇ ਚੰਦਰਮਾ ਨੇ। ਤੇ ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਜੇ ਉਹ ਮੇਰੇ ਨਾਲ ਹੈ ਤੇ ਮੈਂ ਕਿਉਂ ਡਰਾਂ? ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਇਹ ਮੂਰਖ ਤੂੰ ਉਹਦਾ ਇੱਕ ਵੀ ਗੁਣ ਨਹੀਂ ਜਾਣ ਸਕਿਆ। ਜਿਹੜਾ ਕਰੋੜਾਂ ਬ੍ਰਹਮੰਡਾਂ ਨੂੰ ਚਲਾਉਣ ਵਾਲਾ ਹੈ, ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ। ਜਿਹੜਾ ਏਡੇ ਏਡੇ ਵੱਡੇ ਗੈਸਾਂ ਦੇ ਗੋਲਿਆਂ ਨੂੰ ਚਲਾਉਣ ਵਾਲਾ ਹੈ, ਉਹ ਤੇਰੇ ਜੀਵਨ ਨੂੰ ਨਹੀਂ ਚਲਾਏਗਾ। ਜੇ ਉਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਫਿਰ ਇੱਕ ਸ਼ਨੀ ਤੇਰਾ ਕੀ ਵਿਗਾੜ ਸਕਦਾ ਹੈ? ਉਹ ਤੇ ਅੰਦਰ, ਮੇਰੇ ਅੰਦਰ ਹੀ ਬੈਠਾ ਹੋਇਆ ਹੈ। ਤੂੰ ਉਸ ਪ੍ਰਭੂ ਨਾਲ ਜੁੜ ਕੇ ਥਿਰ ਹੋ ਜਾ, ਟਿਕ ਜਾ। ਇਹਨਾਂ ਭਟਕਣਾ ਤੋਂ, ਇਹਨਾਂ ਡਰਾਂ ਵਹਿਮਾਂ ਤੋਂ ਮੁਕਤ ਹੋ ਜਾ। ਥਾਵਰ ਥਿਰ ਕਰ ਰੱਖੈ ਸੋਏ, ਉਹਨੂੰ ਆਪਣੇ ਅੰਦਰ ਥਿਰ ਕਰਕੇ ਟਿਕਾ ਕੇ ਰੱਖ, ਉਹਦੇ ਨਾਲ ਸਾਂਝ ਪਾ ਕੇ, ਦੇ ਨਾਲ ਜਿਹੜਾ ਜੋਤ ਰੂਪ ਪ੍ਰਭੂ ਹੈ, ਜੋਤ ਦੀਵਟੀ ਘਟ ਮੈਂ ਜੋਏ, ਜਿਹੜਾ ਹਰ ਹਿਰਦੇ ਵਿੱਚ ਜੋਤ ਰੂਪ ਹੋ ਕੇ ਪਸਰਿਆ ਹੋਇਆ, ਤੂੰ ਉਹਨੂੰ ਆਪਣੇ ਅੰਦਰ ਟਿਕਾ, ਆਪਣੇ ਨਾਲ ਸਾਂਝ ਪਾ। ਜਿਸ ਦਿਨ ਪ੍ਰਭੂ ਨਾਲ ਸਾਂਝ ਪੈ ਗਈ, ਉਦੋਂ ਆ ਸ਼ਨੀ, ਰਾਹੂ, ਕੇਤੂ, ਇਹ ਗ੍ਰਹਿ ਸਾਡਾ ਕੁਝ ਨਹੀਂ ਵਿਗਾੜ ਸਕਦੇ, ਸਾਡਾ ਕੁਝ ਵਿਗਾੜ ਹੀ ਨਹੀਂ ਸਕਦੇ। ਕਲਗੀਧਰ ਪਾਤਸ਼ਾਹ ਜੀ ਨੇ ਸਾਡਾ ਬੜਾ ਵੱਡਾ ਇੱਕ ਭੁਲੇਖਾ ਦੂਰ ਕੀਤਾ। ਸਤਿਗੁਰੂ ਦਾ ਦਰਬਾਰ ਸਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਸਾਹਮਣੇ ਗੁਰਸਿੱਖ ਬੈਠੇ ਹੋਏ ਸਨ, ਸੰਗਤਾਂ ਸਜੀਆਂ ਹੋਈਆਂ ਸਨ। ਇੰਨੇ ਨੂੰ ਇੱਕ ਵੇਦਵਾ ਬ੍ਰਾਹਮਣ ਆਇਆ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ।
वेदवा कहते ने शनि दे पुजारी नूं, डंकौत भी कहते ने इहनूं। डंकौत आया, वेदवा ब्राह्मण आया, आके ने कलगीधर पातशाह दे चरणों च बड़े आकड़ के नमस्कार की कि जिवें कुछ आसान करना आया हुंदा है, और सामने बह गया। जिहड़े गुरसिख सामने नौजवान चढ़दी कला भी बैठे सन, वो भी देख रहे ने माजरा की है। सिख संगतां सजियां हुई ने। जो सामने बह गया तो बह के बड़े आकड़ दे विच आखदा है, सतगुरु मैं तुहाडा भला करना आया। कलगीधर पातशाह कहण लगे, अच्छा भला करना है, जी आया नूं, स्वागत है तुहाडा, तुसीं चल के आओ, साडे बारे कुछ सोचिया, किहड़ा भला करना है। वो विधवा डंकौत कहने लगा, देखो सतगुरु मैं तुहाडे बारे बड़ा कुछ सुनिया है, बहुत कुछ सुनिया है। आए दिन तुहाडी जिंदगी च लड़ाइयां ने, झगड़े ने, आए दिन तुहाडी जिंदगी विच कोई ना कोई किसी राजे नाल झड़प हो जाती है, किसी पहाड़ी राजा नाल टकरां हो जांदियां ने थोड़ियां, कोई जंग हो गई, कोई झड़प हो गई, आए दिन लड़ाइयां, आए दिन झगड़े, आए दिन कलेश। तुहाडी जिंदगी च कितना दुख है, किन्ने झगड़े कलेश ने, तुहानूं पता है क्यों ने ये? कलगीधर पातशाह कहण लगे क्यों ने? वो विधवा कहने लगा भी असल च ना तुहाडे ग्रह दे विच, तुहाडी कुंडली च साड़ सत्ती चल रही है। शनि ग्रह फलाने घर च बैठे ते साड़ सत्ती चल रही, तुहाडे सिर ते शनि ग्रह का प्रकोप है। जिवें अजकल कहंदे ने शनि ग्रह ने तुहाडे सिर ते जी कोठी पाई हुई है। कहंदा भी तुहाडे सिर ते शनि ग्रह का प्रकोप है, शनि तुहाडे ते बड़ा नाराज है, तुहाडी साड़ सत्ती चल रही है, तां आए दिन झगड़े ते क्लेश, आए दिन जंगा जुद्धां तुहाडीआं हो रही ने, तुहाडी जिंदगी च शांति नहीं है, आनंद नहीं, खुशी नहीं। गुरु ते है ही आनंद दा सोमा, गुरु नूं मिल के ते सानूं आनंद मिलदा है। जिस मिलिया मन होए आनंद, सो सतगुर कही है। आनंद आनंद सब को कहे, आनंद गुरु ते जानिया। असीं ते गुरबाणी च पढ़दे आं, आनंद पिया मेरी माए, कदों? सतगुरु मैं पाया, जदों गुरु मिलिया। ते गुरु नूं कह रहा तुहाडी जिंदगी च सुख शांति नहीं है, साड़ सत्ती चल रही है। सतगुरु मुस्कुरा पे कहने लगे, अच्छा सानूं ते पता ही नहीं सीगा कि शनि ग्रह साडे सिर ते बैठा होया है, तां साडी जिंदगी च दुख कलेश ने। फिर इहदा उपाय की है, हल की है? ते उपाय इक्को ही, हल इक्को ही, दान। जवाब से सारा घुमा फिरा के हर वहम भरम खंड का जवाब एक ही हुंदा है, दान। कहने लगे जी तुहानूं शनि का दान करना पैना है। सतगुरु कहने लगे, अच्छा फिर की होएगा? कहने लगा फिर की होना है, एक बार शनि का दान करके देखो, तुहाडा शनि ग्रह जिहड़ा तुहाडे ते गुस्से च बैठा है ना, इक्को दम खुश हो जाएगा अपना दान लैके, तुहाडे ते प्रसन्न हो जाएगा, खुश हो जाएगा, ते तुहानूं एडा वड्डा अमीर बादशाह कर देगा, चक्रवर्ती राजा बना देगा, तुहाडी जिंदगी